ਮੇਰੇ ਪਿਤਾ ਨੇ 120 ਕਮਾ ਜ਼ਮੀਨ ਸੀ ਜਿਹੜੀ ਉਹ ਵਹਿ ਕਰਤੀ ਲੋਕਾਂ ਨੂੰ। ਮੇਰੀ ਮਾਤਾ ਨੂੰ ਵੀ ਕੁੱਟਣਾ। ਤਾਂ ਅਸੀਂ ਕਈ ਵਾਰੀ ਕੀ ਹੁੰਦਾ ਵੀ ਸਾਡਾ ਕੱਚਾ ਘਰ ਸੀਗਾ, ਅਸੀਂ ਇੱਕ ਛਟੀਆਂ ਦੀ ਭਰੀ ਦੇ ਥੱਲੇ ਵੀ ਰਾਤਾਂ ਕੱਟੀਆਂ। 85 ਦੇ ਵਿੱਚ ਮੇਰੇ ਘਰ ਵਾਲੇ ਨੂੰ ਉਹਨਾਂ ਨੇ ਮਾਰਤਾ। ਉਹਦੇ 41 ਚੰਡ ਲੱਗੇ ਹੋਏ ਸੀਗੇ, ਜਿਸ ਦਾ ਮੈਂ ਮੁਕਾਬਲਾ ਕੀਤਾ। ਸਾਰਾ ਕੁਝ ਸਾਡਾ ਲੱਗ ਚੁੱਕਿਆ ਸੀ, ਕੋਈ ਮੇਰੇ ਕੋਲੇ ਧਨ ਪ੍ਰੋਪਰਟੀ ਕੁਛ ਨਹੀਂ ਸੀ ਬਚਿਆ। ਤਾਂ ਇੱਕ ਦਿਨ ਕੀ ਹੋਇਆ, ਰਾਤ ਨੂੰ ਉਹਨਾਂ ਨੇ ਗੋਲੀ ਚਲਵਾ ਦਿੱਤੀ ਸਾਡੇ ਉੱਤੇ, ਪਰ ਉਹ ਕਿਸਮਤ ਦੇ ਕਰਕੇ ਅਸੀਂ ਬਚ ਰਹੇ। ਸਵੇਰੇ ਹੀ 4 ਵਜੇ ਅਸੀਂ ਉਸ ਪਿੰਡ ਨੂੰ ਛੱਡ ਦਿੱਤਾ, ਅਲਵਿਦਾ ਕਹਿ ਕੇ ਅਸੀਂ ਉੱਥੋਂ ਤੁਰ ਆਏ। ਮੈਂ ਉਹਨਾਂ ਨੂੰ ਦੱਸੇ, ਉਹਨਾਂ ਨੇ ਬਹੁਤ ਖੁਸ਼ ਹੋ ਕੇ ਮੇਰੀ ਸਿਲੈਕਸ਼ਨ ਸੀ ਜਿਹੜੀ ਕਰ ਦਿੱਤੀ। ਸਤਿ ਸ਼੍ਰੀ ਅਕਾਲ, ਮੈਂ ਸੁਖਪਾਲ ਕੌਰ ਸਵਾਗਤ ਕਰਦੀ ਹਾਂ ਤੁਹਾਡਾ ਅੱਜ ਦੀ ਇਸ ਵੀਡੀਓ ਦੇ ਵਿੱਚ। ਅੱਜ ਅਸੀਂ ਤੁਹਾਨੂੰ ਇਹੋ ਜਿਹੇ ਇਨਸਾਨ ਨਾਲ ਮਿਲਾਉਣ ਜਾ ਰਹੇ ਹਾਂ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਸਟਰਗਲ ਕੀਤਾ, ਤੇ ਆਪਾਂ ਉਹਨਾਂ ਦੀ ਜ਼ਿੰਦਗੀ ਦੀ ਕਹਾਣੀ ਉਹਨਾਂ ਦੇ ਮੂੰਹੋਂ ਹੀ ਸੁਣਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਜ ਮੈਂ ਤੁਹਾਨੂੰ ਆਪਣੇ ਜੀਵਨ ਦੀ ਜੀਵਨੀ ਆਪ ਬਿਆਨ ਕਰਨ ਲੱਗੀ ਹਾਂ। ਮੇਰਾ ਨਾਮ ਮਲਕੀਤ ਕੌਰ ਉਰਫ ਮੀਤੋ ਕਹਿੰਦੇ ਨੇ ਮੈਨੂੰ। ਢੱਡੇ ਮੇਰਾ ਪਿੰਡ ਹੈਗਾ। ਪਿਤਾ ਦਾ ਨਾਮ ਮੇਰੇ ਸਾਧੂ ਸਿੰਘ ਹੈ, ਮਾਤਾ ਦਾ ਨਾਮ ਗੁਰਦੇਵ ਕੌਰ ਹੈ। ਮੇਰੇ 3 ਭਰਾ ਨੇਗੇ, ਵੀਰ ਸਿੰਘ, ਬਲਵੀਰ ਸਿੰਘ ਅਤੇ ਵਜੀਰ ਸਿੰਘ। ਤਿੰਨੇ ਵਧੀਆ ਆਪੋ ਆਪਣੇ ਘਰ ਵਿੱਚ ਸੈੱਟ ਨੇਗੇ। ਮੈਂ ਆਪਣੇ ਬਚਪਨ ਦੀ ਕਹਾਣੀ ਦੱਸਣ ਲੱਗੀ ਹਾਂ। ਮੇਰੇ ਪਿਤਾ ਕੋਲ ਬਹੁਤ ਸਾਰੀ ਜ਼ਮੀਨ ਸੀਗੀ, ਪਰ ਸ਼ਰਾਬ ਦੇ ਨਸ਼ੇ ਦੇ ਨਾਲ ਮੇਰੇ ਪਿਤਾ ਨੇ 120 ਕਮਾ ਜ਼ਮੀਨ ਸੀ ਜਿਹੜੀ ਉਹ ਵਹਿ ਕਰਤੀ ਲੋਕਾਂ ਨੂੰ। ਮੇਰੀ ਮਾਂ ਨੇ ਬੜਾ ਸਟਰਗਲ ਕੀਤਾ ਜ਼ਿੰਦਗੀ ਦੇ ਵਿੱਚ, ਇੱਥੋਂ ਤੱਕ ਕਿ ਮੇਰੇ ਨਾਨਕਿਆਂ ਨੇ ਸਾਡੀ ਗਹਿਣੇ ਕੀਤੀ ਹੋਈ ਜ਼ਮੀਨ ਸੀ ਜਿਹੜੀ ਉਹ ਛਡਾ ਕੇ ਦਿੱਤੀ ਅਤੇ ਸਾਨੂੰ ਆਪਣੇ ਪੈਰਾਂ 'ਤੇ ਖੜ੍ਹਾ ਕੀਤਾ। ਮੇਰੀ ਮਾਤਾ ਕੱਪੜੇ ਸਿਉਣ ਦਾ ਕੰਮ ਜਾਣਦੀ ਸੀਗੀ, ਬਿਲਕੁਲ ਅਨਪੜ੍ਹ ਸੀਗੀ। ਜਦੋਂ ਉਹ ਕੱਪੜੇ ਸਿਉਂਦੀ ਸੀ, ਕੋਈ ਸਾਨੂੰ, ਸਾਡੇ ਘਰ ਵਿੱਚ ਇੰਨੀ ਗਰੀਬੀ ਸੀਗੀ, ਕੋਈ ਸਾਨੂੰ ਰੋਟੀ ਪਕਾਉਣ ਵਾਸਤੇ ਆਟਾ ਦੇ ਜਾਂਦਾ ਸੀ, ਕੋਈ ਸਾਨੂੰ ਦੁੱਧ ਦੇ ਜਾਂਦਾ ਸੀ। ਉਸ ਸਮੇਂ ਗੁੜ ਬਹੁਤ ਬਣਦਾ ਹੁੰਦਾ ਸੀ, ਕੋਈ ਗੁੜ ਜਾਂ ਸ਼ੱਕਰ, ਕੋਈ ਸਬਜ਼ੀ, ਜੋ ਵੀ ਸਾਨੂੰ ਚੀਜ਼ ਦੇ ਜਾਂਦੇ ਸੀ, ਅਸੀਂ ਕਦੇ ਕਿਸੇ ਨੂੰ ਮਨਾ ਨਹੀਂ ਸੀ ਕੀਤਾ। ਬਸ ਮੇਰੀ ਮਾਂ ਦਾ ਇਹੋ ਜਿਹਾ ਸੁਭਾਅ ਸੀਗਾ ਵੀ ਉਹ ਟਾਕੀਆਂ ਲਾ ਲਾ ਕੇ ਵੀ ਗੁਜ਼ਾਰਾ ਕਰਦੀ ਰਹੀ। ਇਸ ਤਰ੍ਹਾਂ ਮੈਨੂੰ ਵੀ ਆਦਤ ਬਣ ਗਈ। ਮੇਰਾ ਫਾਦਰ ਬਹੁਤ ਸ਼ਰਾਬ ਪੀਂਦਾ ਸੀਗਾ ਅਤੇ ਉਸ ਨੇ ਸਾਨੂੰ ਕਈ ਵਾਰੀ ਕੁੱਟਣਾ ਮਾਰਨਾ, ਮੇਰੀ ਮਾਤਾ ਨੂੰ ਵੀ ਕੁੱਟਣਾ। ਤਾਂ ਅਸੀਂ ਕਈ ਵਾਰੀ ਕੀ ਹੁੰਦਾ ਵੀ ਸਾਡਾ ਕੱਚਾ ਘਰ ਸੀਗਾ, ਅਸੀਂ ਇੱਕ ਛਟੀਆਂ ਦੀ ਭਰੀ ਦੇ ਥੱਲੇ ਵੀ ਰਾਤਾਂ ਕੱਟੀਆਂ ਹੋਈਆਂ। ਬਹੁਤ ਮੈਨੂੰ ਇਸ ਗੱਲ ਦਾ ਦੁੱਖ ਹੈਗਾ। ਉਸ ਸਮੇਂ ਪੜ੍ਹਾਈ ਸੀ ਜਿਹੜੀ ਬਿਲਕੁਲ ਬਹੁਤ ਘੱਟ ਲੋਕ ਪੜ੍ਹਦੇ ਸੀਗੇ। ਮੇਰੀ ਮਾਂ ਨੇ ਸੋਚਿਆ ਵੀ ਮੈਂ ਇਸ ਕੁੜੀ ਨੂੰ ਪੜ੍ਹਾਵਾਂ, ਤਾਂ ਮੇਰੀ ਮਾਤਾ ਨੇ ਮੇਰੇ ਪੜ੍ਹਾਉਣ ਖਾਤਰ ਆਪਣੀ ਜ਼ਿੰਦਗੀ ਦੇ ਵਿੱਚ ਹੋਰ ਮਿਹਨਤ ਕਰਨੀ ਸ਼ੁਰੂ ਕੀਤੀ। ਸਾਡੇ ਘਰ ਵਿੱਚ ਮੱਝਾਂ ਰੱਖੀਆਂ ਹੁੰਦੀਆਂ ਸੀਗੀਆਂ। ਉਸ ਸਮੇਂ ਕੋਈ ਦੁੱਧ ਨਹੀਂ ਸੀ ਵੇਚਦਾ ਹੁੰਦਾ ਅਤੇ ਸਿਰਫ ਘਿਓ ਹੀ ਵਿਕਦਾ ਹੁੰਦਾ ਸੀਗਾ। ਅਤੇ ਮੇਰਾ ਫਾਦਰ ਸੀ ਜਿਹੜਾ ਉਹ ਬਹੁਤ ਖਰਾਬ ਕਰਦਾ ਸੀਗਾ, ਕੰਮ ਨੂੰ ਖਰਾਬ ਕਰ ਦਿੰਦਾ। ਕਈ ਵਾਰੀ ਮੱਝਾਂ ਨਾ ਚੋਣ ਦਿੰਦਾ ਜਾਂ ਘਿਓ ਘੂ ਦੇ ਦਿੰਦਾ, ਕਿਸੇ ਨੂੰ ਹੋਰ ਦੇ ਦਿੰਦਾ। ਜੇਕਰ ਮੇਰੀ ਮਾਤਾ ਬੋਲਦੀ ਤਾਂ ਸਾਡੇ ਘਰੇ ਲੜਾਈ ਸ਼ੁਰੂ ਹੋ ਜਾਂਦੀ। ਇਸ ਤਰ੍ਹਾਂ ਸਾਡਾ ਜੀਵਨ ਸੀ ਜਿਹੜਾ ਸੰਘਰਸ਼ ਭਰਿਆ ਹੀ ਸੀਗਾ। ਅਤੇ ਵੱਡੀ ਹੋਣ ਕਰਕੇ ਮੈਂ ਆਪਦੇ ਭਰਾਵਾਂ ਨਾਲ ਵੀ ਵਧੀਆ ਉਹਨਾਂ ਦੀ ਦੇਖਭਾਲ ਵੀ ਕਰਦੀ। ਉਸ ਤੋਂ ਬਾਅਦ ਮੇਰੀ ਮਾਤਾ ਨੇ ਮੈਨੂੰ ਪ੍ਰਾਇਮਰੀ ਸਕੂਲ ਦੇ ਵਿੱਚ ਪੜ੍ਹਨ ਲਾਤਾ। 5ਵੀਂ ਕੀਤੀ। 5ਵੀਂ ਤੋਂ ਬਾਅਦ ਜਦੋਂ ਹਟਾਉਣ ਦਾ ਇਰਾਦਾ ਬਣਿਆ, ਫਿਰ ਹੌਲੀ ਹੌਲੀ ਕਰਦਿਆਂ ਇਸ ਤਰ੍ਹਾਂ ਮੈਂ 8ਵੀਂ, ਸਾਡੇ ਮਿਡਲ ਸਕੂਲ ਬਣਿਆ ਹੋਇਆ ਸੀ ਪਿੰਡ ਦੇ ਵਿੱਚ, ਇੱਥੋਂ ਮੈਂ ਵਧੀਆ ਟੌਪਰ ਰਹੀ। ਤਾਂ ਉਸ ਤੋਂ ਬਾਅਦ ਮੈਂ ਆਪਣੇ ਨਾਨਕੇ ਘਰ ਚਲੀ ਗਈ। ਨਾਨਕਿਆਂ ਨੇ ਵੀ ਕਹਿਣ ਲੱਗ ਗਏ ਵੀ ਭਾਈ ਨਹੀਂ, ਤੇਰੀ ਕੋਈ ਚਾਦਰ ਕੱਢਿਆ ਕਰ, ਕੋਈ ਤੂੰ ਆਪਦਾ ਮਾੜਾ ਮੋਟਾ ਦਰੀ ਬੁਣਿਆ ਕਰ, ਪਰ ਮੈਂ ਨਹੀਂ। ਉਸ ਤੋਂ ਕੁਝ ਦਿਨਾਂ ਬਾਅਦ ਮੇਰਾ ਫਾਦਰ ਸੀ ਜਿਹੜਾ ਉਹ ਮੈਨੂੰ ਲੈਣ ਵਾਸਤੇ ਚਲਾ ਗਿਆ ਅਤੇ ਮੈਂ ਆਪਣੀ ਨਾਨੀ ਅਤੇ ਨਾਨੇ ਦਾ ਕਹਿਣਾ ਨਾ ਮੰਨਦੀ ਹੋਈ ਆਪਣੇ ਫਾਦਰ ਦੇ ਨਾਲ ਆ ਗਈ। ਇੱਥੇ ਆ ਕੇ ਸਾਡੇ ਹੈਡ ਮਾਸਟਰ ਸੀਗੇ ਪਾਂਧੀ ਸਾਹਿਬ, ਉਹਨਾਂ ਨੇ ਮੇਰੀ ਮਾਤਾ ਨੂੰ ਕਿਹਾ ਵੀ ਕੁੜੀ ਦੀਆਂ ਫੀਸਾਂ ਅਸੀਂ ਭਰ ਦਾਂਗੇ ਭਾਈ, ਵੀ ਤੂੰ ਇਸ ਨੂੰ ਪੜ੍ਹਨ ਵਾਸਤੇ ਲਾ ਦੇ। ਤਾਂ ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੰਡੀ ਕਲਾਂ ਤੋਂ 10ਵੀਂ ਪਾਸ ਕੀਤੀ 1978 ਦੇ ਵਿੱਚ। ਅਤੇ ਉਸ ਤੋਂ ਬਾਅਦ ਸਾਡੇ ਥੋੜ੍ਹੀ ਘਰ ਦੀ ਪੋਜੀਸ਼ਨ ਠੀਕ ਹੋਣੀ ਸ਼ੁਰੂ ਹੋਈ। ਤਾਂ ਮੇਰੀ ਮਾਤਾ ਨੇ ਸੋਚਿਆ ਵੀ ਮੈਂ ਇਹਦਾ ਵਿਆਹ ਕਰ ਦਿਆਂ, ਕੋਈ ਚੰਗਾ ਮੁੰਡਾ ਦੇਖ ਕੇ। ਮੇਰੇ ਨਾਨਕਿਆਂ ਦੇ ਰਿਸ਼ਤੇ ਦੇ ਵਿੱਚੋਂ ਸੀਗਾ ਕੋਈ ਮੁੰਡਾ, ਅਤੇ ਉਹਦੇ ਨਾਲ ਮੇਰਾ 1979 ਦੇ ਵਿੱਚ ਵਿਆਹ ਕਰ ਦਿੱਤਾ। ਕਿਉਂਕਿ ਸਾਡੇ ਘਰੇ ਗਰੀਬੀ ਸੀਗੀ, ਇਸ ਕਰਕੇ ਮੇਰੀ ਮਾਂ ਚਾਹੁੰਦੀ ਸੀ ਵੀ ਮੇਰੀ ਧੀ ਹੈ ਜਿਹੜੀ ਕਿਸੇ ਚੰਗੇ ਘਰ ਚਲੀ ਜਾਵੇ। 1 ਸਾਲ ਬਾਅਦ ਮੇਰੇ ਘਰ ਦੇ ਵਿੱਚ ਲੜਕੇ ਨੇ ਜਨਮ ਲਿਆ
ਜਿਸ ਨੂੰ ਮੈਂ ਪੂਰੇ ਸ਼ੌਂਕਾਂ ਦੇ ਨਾਲ ਪਾਲਿਆ। ਤੇ ਉਸ ਸਮੇਂ ਅਸੀਂ ਦਿੱਲੀ ਰਹਿ ਰਹੇ ਸੀਗੇ। 1984 ਦਾ ਜਿਹੜਾ ਦੰਗਾ ਸੀ ਉਹ ਸਾਡੀਆਂ ਅੱਖਾਂ ਦੇ ਸਾਹਮਣੇ ਹੋਇਆ। ਬਹੁਤ ਅਸੀਂ 84 ਦੇ ਵਿੱਚ ਦੁੱਖ ਸਹੇ, ਇੱਥੋਂ ਤੱਕ ਕਿ ਪਾਣੀ ਮਿਲਣਾ ਵੀ ਬੰਦ ਹੋ ਗਿਆ। ਉੱਥੇ ਇੱਕ ਬਲਰਾਜ ਬਾਸ਼ਨ ਨਾਂ ਦਾ ਆਦਮੀ ਸੀਗਾ, ਜਿਸ ਦੇ 2 ਕੁੜੀਆਂ ਸਨ। ਉਹਨਾਂ ਨੇ ਮੈਨੂੰ ਆਪਣੀ ਕੁੜੀ ਦੀ ਤਰ੍ਹਾਂ ਹੀ ਲੁਕਾ ਕੇ ਰੱਖਿਆ, ਬਚਾਇਆ। ਤਾਂ ਇਸ ਤਰ੍ਹਾਂ ਅਸੀਂ 10 ਦਿਨ ਡੈਰੀ 'ਤੇ ਦੁੱਧ ਲੈਣ ਵਾਸਤੇ ਵੀ ਨਾ ਗਏ। ਅਤੇ ਬੇਟੇ ਨੂੰ ਵੀ ਅਸੀਂ ਉੱਥੇ ਪੜ੍ਹਨ ਪਾਇਆ ਹੋਇਆ ਸੀ, ਆਕਸਫੋਰਡ ਸੀਨੀਅਰ ਸੈਕੰਡਰੀ ਸਕੂਲ ਸੀਗਾ। ਪਰ ਕਿਸਮਤ ਨੇ ਸਾਡਾ ਸਾਥ ਨਾ ਦਿੱਤਾ। ਜਿਹੜਾ ਮੇਰਾ ਚਾਚਾ ਸਹੁਰਾ ਸੀਗਾ, ਉਹ ਕਹਿਣ ਲੱਗਾ ਵੀ ਮੈਂ ਪੰਜਾਬ ਜਾਊਂਗਾ, ਮੈਂ ਇੱਥੇ ਨਹੀਂ ਰਹਿ ਸਕਦਾ, ਕਿਉਂਕਿ ਸਿੱਖਾਂ ਦੀ ਹਾਲਤ ਸੀ ਉਸ ਸਮੇਂ ਬੜੀ ਬੁਰੀ ਕੀਤੀ ਗਈ ਸੀ। ਗੁਰੂ ਗ੍ਰੰਥ ਸਾਹਿਬ ਦੇ ਪੇਜ ਸੀਗੇ ਜਿਹੜੇ, ਉਹਨਾਂ ਨੂੰ ਵੀ ਸਾੜਿਆ ਗਿਆ ਸੀਗਾ। ਜਿਉਂਦਿਆਂ ਨੇ ਗਲਾਂ ਵਿੱਚ ਟਾਇਰ ਪਾਏ ਗਏ ਸੀ। ਕਈ ਸੀਨ ਅਸੀਂ ਆਪਣੀਆਂ ਅੱਖਾਂ ਨਾਲ ਦੇਖੇ ਸੀ, ਜਿਸ ਕਰਕੇ ਸਾਡਾ ਦਿੱਲੀ ਨਾਲੋਂ ਮੋਹ ਟੁੱਟ ਗਿਆ ਸੀਗਾ। ਇਸ ਕਰਕੇ ਅਸੀਂ ਆਪਣੇ ਪਿੰਡ ਮਿੱਠੇਵਾਲ ਆਉਣ ਦੀ ਸੋਚੀ। ਇੱਥੇ ਆ ਕੇ 1 ਮਹੀਨਾ ਹੀ ਅਸੀਂ ਰਹੇ, ਜਿੱਥੇ ਮੇਰੇ ਘਰ ਵਾਲੇ ਦਾ, ਸੁਖਦੇਵ ਸਿੰਘ ਦਾ, ਆਪਣੇ ਭਰਾਵਾਂ ਨਾਲ ਝਗੜਾ ਹੋ ਗਿਆ, ਜਿਸ ਵਿੱਚ ਉਹਨਾਂ ਦੀ ਮੌਤ ਕਰਤੀ ਉਹਨਾਂ ਨੇ। 27 ਜੂਨ 11 ਮਈ 1985 ਦੇ ਵਿੱਚ ਅਸੀਂ ਪਿੰਡ ਮਿੱਠੇਵਾਲ ਦੇ ਵਿੱਚ ਆਏ। ਇੱਥੇ ਆ ਕੇ 27 ਜੂਨ 1985 ਦੇ ਵਿੱਚ ਮੇਰੇ ਘਰ ਵਾਲੇ ਨੂੰ ਉਹਨਾਂ ਨੇ ਮਾਰਤਾ। ਉਹਦੇ 41 ਚੰਡ ਲੱਗੇ ਹੋਏ ਸੀਗੇ, ਜਿਸ ਦਾ ਮੈਂ ਮੁਕਾਬਲਾ ਕੀਤਾ। ਪੁਲਿਸ ਨੂੰ ਵੀ ਰਿਪੋਰਟਾਂ ਦਿੱਤੀਆਂ। ਅਤੇ ਉਹਨਾਂ ਨੇ ਮੇਰੀ ਉਮਰ ਬਹੁਤ ਛੋਟੀ ਸੀ, 21 ਸਾਲ ਦੀ ਉਮਰ ਸੀ, ਕਿਉਂਕਿ ਮੇਰਾ 17ਵੇਂ ਸਾਲ ਦੇ ਵਿੱਚ ਵਿਆਹ ਹੋ ਗਿਆ ਸੀਗਾ। ਤਾਂ ਇਸ ਤਰ੍ਹਾਂ ਮੈਂ ਬੜੇ ਦੁੱਖ ਜਰੇ। ਪਰ ਉਹਨਾਂ ਨੇ ਮੈਨੂੰ ਕਿਹਾ ਵੀ ਤੈਨੂੰ ਅਸੀਂ 10 ਕਿੱਲੇ ਜ਼ਮੀਨ ਦੇ ਦੇਵਾਂਗੇ, ਤੂੰ ਗਵਾਹੀ ਮੁੱਕਰ ਜਾ। ਪਰ ਮੈਂ ਆਪਣੇ ਸਟੈਂਡ 'ਤੇ ਅੜੀ ਰਹੀ। ਵਾਹਿਗੁਰੂ ਨੇ ਮੈਨੂੰ ਬਖਸ਼ਿਸ਼ ਕੀਤੀ ਵੀ ਤੂੰ ਆਪਣੇ ਸਟੈਂਡ 'ਤੇ ਅੜੀ ਰਹਿ। ਮੈਂ ਉਹਨਾਂ ਨੂੰ ਕਿਹਾ ਬੇਸ਼ੱਕ ਮੈਂ ਭੁੱਖੀ ਮਰ ਜਾਵਾਂ, ਪਰ ਮੈਂ ਤੁਹਾਡੇ ਪੈਰਾਂ ਵਿੱਚ ਨਹੀਂ ਰਹਿਣਾ। ਉਹਨਾਂ ਨੇ ਮੈਨੂੰ ਰੀਮੈਰਿਜ ਵਾਸਤੇ ਸਾਰੇ ਰਿਸ਼ਤੇਦਾਰਾਂ ਨੇ ਅਤੇ ਹੋਰ ਸਾਰਿਆਂ ਨੇ ਬੜਾ ਹੀ ਮਨਾਉਣ ਦੀ ਕੋਸ਼ਿਸ਼ ਕੀਤੀ, ਪਰ ਮੈਂ ਸਭ ਨੂੰ ਜਵਾਬ ਦੇ ਦਿੱਤਾ ਅਤੇ ਕਿਹਾ ਜੇਕਰ ਮੇਰੇ ਕਰਮਾਂ ਵਿੱਚ ਰੋਟੀ ਹੋਈ ਤਾਂ ਮੈਨੂੰ ਪ੍ਰਮਾਤਮਾ ਜ਼ਰੂਰ ਦੇਵੇਗਾ। ਇਸ ਤਰ੍ਹਾਂ ਕਰਦਿਆਂ ਸਾਡਾ ਕੇਸ ਸੀ ਜਿਹੜਾ, ਸਾਡੇ ਉੱਤੇ 3 ਕੇਸ ਪਾਏ ਗਏ। ਇੱਕ ਕੇਸ ਸੰਗਰੂਰ ਦੇ ਵਿੱਚ, ਇੱਕ ਅਹਿਮਦਗੜ੍ਹ ਦੇ ਵਿੱਚ, ਇੱਕ ਮਲੇਰਕੋਟਲੇ ਦੇ ਵਿੱਚ ਸਾਡੇ ਕੇਸ ਚੱਲਦੇ ਸੀ। ਤੀਜੇ ਦਿਨ ਤਰੀਕ ਹੁੰਦੀ ਸੀ ਸਾਡੀ, ਮੈਨੂੰ ਨਾਲ ਜਾਣਾ ਪੈਂਦਾ ਸੀ, ਕਿਉਂਕਿ ਮੈਂ ਮੁੱਖ ਗਵਾਹ ਰੱਖੀ ਹੋਈ ਸੀਗੀ ਪੁਲਿਸ ਵਾਲਿਆਂ ਨੇ। ਅਤੇ ਇਸ ਕਰਕੇ ਮੇਰਾ ਚਾਚਾ ਸਹੁਰਾ ਸੀਗਾ, ਉਹ ਵੀ ਗਵਾਹ ਸੀਗਾ। ਤਾਂ ਇਸ ਤਰ੍ਹਾਂ ਅਸੀਂ ਜ਼ਿੰਦਗੀ ਦੇ ਵਿੱਚ, ਮੇਰੇ ਨਾਨਕੇ ਸੀ ਉਪਲੀ, ਮੈਂ ਉੱਥੇ ਆ ਕੇ ਰਹਿਣ ਲੱਗ ਗਈ। ਨਾਨਕਿਆਂ ਨੇ ਮੇਰੀ ਬੜੀ ਮਦਦ ਕੀਤੀ, ਆਦਮੀ ਮੇਰੇ ਨਾਲ ਜਾਂਦੇ। ਤਾਂ ਇਸ ਤਰ੍ਹਾਂ ਸਾਡਾ ਜਿਹੜਾ ਜੋ ਵੀ ਸਾਡੇ ਕੋਲ ਸੀਗਾ, ਸਾਰਾ ਕੁਝ ਸਾਡਾ ਲੱਗ ਚੁੱਕਿਆ ਸੀ। ਕੋਈ ਮੇਰੇ ਕੋਲ ਧਨ ਪ੍ਰੋਪਰਟੀ ਕੁਛ ਨਹੀਂ ਸੀ ਬਚਿਆ। ਬਸ ਸਿਰਫ 11 ਵਿਗੇ ਜ਼ਮੀਨ ਬਚੀ ਸੀ, ਜੋ ਕਿ ਚਾਚੇ ਦਾ ਹਿੱਸਾ ਸੀਗਾ। ਅਤੇ ਉਹਨਾਂ ਨੇ ਆਪਣੀ ਜ਼ਮੀਨ ਸੀ ਜਿਹੜੀ, ਉਹ ਸਾਰੀ ਆਪਣੀਆਂ ਕੁੜੀਆਂ ਨੂੰ ਦੇ ਦਿੱਤੀ, ਜਾਂ ਉਹ ਬੈਅ ਕਰ ਦਿੱਤੀ, ਜਿਸ ਕਰਕੇ ਵਕੀਲ ਮੈਨੂੰ ਕੁਝ ਵੀ ਨਾ ਦਵਾ ਸਕਿਆ ਅਤੇ ਮੈਂ ਖਰਚੇ ਤੋਂ ਵੀ ਵਾਂਝੀ ਰਹਿ ਗਈ। ਅਤੇ ਇਸ ਤਰ੍ਹਾਂ ਸਾਡਾ 3.5 ਸਾਲ ਕੇਸ ਚੱਲਦਾ ਰਿਹਾ, ਜਿੱਥੇ ਜਾ ਕੇ ਹਾਈ ਕੋਰਟ ਦੇ ਵਿੱਚ ਮੇਰੇ ਸਹੁਰਾ ਸਾਹਿਬ, ਮੇਰੇ 2 ਦਿਓਰਾਂ ਨੂੰ ਸਜ਼ਾ ਹੋਈ, ਇੱਕ ਨੂੰ ਮਾਫੀ ਹੋ ਗਈ। ਤਾਂ ਉਹਨਾਂ ਨੇ ਹਾਈ ਕੋਰਟ ਵਿੱਚ ਕੀਤਾ। ਉਸ ਸਮੇਂ ਉਹਨਾਂ ਦੀ 2 ਸਾਲ ਦੀ ਜਿਹੜੀ ਸਜ਼ਾ ਸੀ ਉਹ ਪੂਰੀ ਹੋ ਚੁੱਕੀ ਸੀਗੀ। 2 ਸਾਲਾਂ ਤੋਂ ਬਾਅਦ ਉਹਨਾਂ ਨੂੰ ਫਿਰ 22 ਸਾਲ ਦੀ ਸਜ਼ਾ ਹੋ ਗਈ। ਉਸ ਤੋਂ ਬਾਅਦ ਜਦੋਂ ਮੈਂ ਪਿੰਡ ਰਹਿੰਦੀ ਸੀਗੀ, ਆਪਣੇ ਘਰ ਵਾਲੇ ਦੇ ਮਰਨ ਤੋਂ ਬਾਅਦ ਪਿੰਡ ਰਹਿਣ ਲੱਗੀ। ਉੱਥੇ ਮੇਰੇ ਨਾਨਕੇ, ਦਾਦਕੇ ਜਾਂ ਮਾਸੀਆਂ ਰਹਿੰਦੀਆਂ ਸੀ ਮੇਰੇ ਕੋਲ। ਤਾਂ ਇੱਕ ਦਿਨ ਕੀ ਹੋਇਆ, ਰਾਤ ਨੂੰ ਉਹਨਾਂ ਨੇ ਗੋਲੀ ਚਲਵਾ ਦਿੱਤੀ ਸਾਡੇ ਉੱਤੇ, ਪਰ ਉਹ ਕਿਸਮਤ ਦੇ ਕਰਕੇ ਅਸੀਂ ਬਚ ਰਹੇ। ਸਵੇਰੇ ਹੀ 4 ਵਜੇ ਅਸੀਂ ਉਸ ਪਿੰਡ ਨੂੰ ਛੱਡ ਦਿੱਤਾ, ਅਲਵਿਦਾ ਕਹਿ ਕੇ ਅਸੀਂ ਉੱਥੋਂ ਤੁਰ ਆਏ। ਅਤੇ ਉੱਥੋਂ ਆ ਕੇ ਅਸੀਂ ਆਪਣੇ ਨਾਨਕੇ ਘਰ ਡੇਰਾ ਲਾਇਆ। ਉੱਥੇ ਆ ਕੇ ਮੈਂ ਇੱਕ ਨਿੱਕਾ ਜਿਹਾ ਘਰ ਬਣਵਾਇਆ, ਜੋ ਕਿ ਮੇਰੇ ਮਾਮਾ ਜੀ ਦਾ ਸੀਗਾ। ਉਸ ਨੂੰ ਠੀਕ ਕਰਾ ਕੇ ਉਸ ਵਿੱਚ ਰਹਿਣ ਲੱਗੀ। ਉੱਥੇ ਇੱਕ ਆਪਣੀ ਗਊ ਮੱਝ ਲਈ, ਜਿਸ ਦਾ ਦੁੱਧ ਪਾ ਕੇ ਅਸੀਂ ਗੁਜ਼ਾਰਾ ਕਰਨ ਲੱਗੇ। ਅਤੇ ਮਹਾਰਾਜ ਪ੍ਰਕਾਸ਼ ਕਰਵਾਇਆ, ਜਿਸ ਵਿੱਚ ਮੈਂ ਨੰਗੇ ਪੈਰ ਜਾ ਕੇ ਗੁਰੂ ਸਾਹਿਬ ਅੱਗੇ ਬੇਨਤੀ ਕੀਤੀ, ਹੇ ਮਹਾਰਾਜ, ਤੂੰ ਮੇਰੀ ਰੋਟੀ ਤੂੰ ਮੈਨੂੰ ਦੇ ਸਕਦਾ ਹੈ, ਦੁਨੀਆ ਦੀ ਕੋਈ ਤਾਕਤ ਨਹੀਂ ਦੇ ਸਕਦੀ। ਉਸ ਸਮੇਂ ਕੁਝ ਸਾਡਾ ਸੰਗਰੂਰ ਕੰਮ ਸੀ, ਉੱਥੇ ਕੁਝ ਪੋਸਟਾਂ ਨਿਕਲੀਆਂ ਹੋਈਆਂ ਸੀ। ਮੇਰੇ ਮਾਮਾ ਜੀ ਦੀ ਜਾਣ ਪਛਾਣ ਵਾਲੇ ਕੁਝ
ਮਿਲੇ, ਆਦਮੀ ਮਿਲੇ, ਉਹਨਾਂ ਨੇ ਪੁੱਛਿਆ ਵੀ ਤੁਸੀਂ ਕਿਸ ਤਰ੍ਹਾਂ ਆਏ ਆ। ਮੇਰੇ ਮਾਮਾ ਜੀ ਨੇ ਆਪਣੀ ਭਾਣਜੀ ਦਾ ਦੁੱਖ ਦੱਸਿਆ ਵੀ ਸਾਡੀ ਇਹ ਭਾਣਜੀ ਹੈਗੀ। ਇਸ ਤਰ੍ਹਾਂ ਉੱਥੇ ਪੋਸਟਾਂ ਨਿਕਲਣ ਕਰਕੇ ਉਹ ਕਹਿਣ ਲੱਗੇ ਵੀ ਤੁਸੀਂ ਭਾਈ ਅਪਲਾਈ ਕਰ ਦਿਓ, ਪੋਸਟਾਂ ਨਿਕਲੀਆਂ ਹੋਈਆਂ ਕਾਲਜਾਂ ਵਾਲੀਆਂ, SLA ਦੀ ਪੋਸਟ ਨਿਕਲੀ ਹੋਈ ਹੈ, ਤੁਸੀਂ ਅਪਲਾਈ ਕਰ ਦਿਓ। ਅਤੇ ਮੈਂ ਤੀਸਰੇ ਦਿਨ ਆ ਕੇ ਅਪਲਾਈ ਕਰਤਾ ਅਤੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਸਾਡੀ ਇੰਟਰਵਿਊ ਹੋਈ। ਇੰਟਰਵਿਊ ਦੇ ਵਿੱਚ ਮੈਨੂੰ ਬਹੁਤ ਸਾਰੇ ਸਵਾਲ ਪੁੱਛੇ ਗਏ ਜੋ ਕਿ ਸੁਖਮਨੀ ਸਾਹਿਬ ਦੇ ਨਾਲ ਹੀ ਸੰਬੰਧਿਤ ਸਨ। ਮੈਂ ਸਾਰੇ ਸੁਖਮਨੀ ਸਾਹਿਬ ਦੀ ਸਟੀਕ ਪੜ੍ਹਿਆ ਹੋਇਆ ਸੀ, ਇਸ ਕਰਕੇ ਮੈਨੂੰ ਸਾਰੇ ਵਾਹਿਗੁਰੂ ਦੀ ਕਿਰਪਾ ਨਾਲ ਸਾਰੇ ਸਟੀਕ ਦੀ ਸਮਝ ਸੀ। ਮੈਂ ਉਹਨਾਂ ਨੂੰ ਦੱਸੇ, ਉਹਨਾਂ ਨੇ ਬਹੁਤ ਖੁਸ਼ ਹੋ ਕੇ ਮੇਰੀ ਸਿਲੈਕਸ਼ਨ ਸੀ ਜਿਹੜੀ ਕਰ ਦਿੱਤੀ। ਸਭ ਤੋਂ ਪਹਿਲੀ ਅਪਾਇੰਟਮੈਂਟ ਮੇਰੀ ਲੱਡਾ ਦੀ ਕੀਤੀ ਗਈ, ਲੱਡਾ ਕੋਠੀ, ਜਿੱਥੇ ਮੈਂ 6/10/1987 ਨੂੰ ਜੁਆਇਨ ਕੀਤਾ। ਉੱਧਰੋਂ ਮੇਰੇ ਕੇਸ ਦਾ ਫੈਸਲਾ ਹੋ ਗਿਆ, ਜਿੱਥੇ ਮੈਨੂੰ ਜ਼ਿੰਦਗੀ ਵਿੱਚ ਪਹਿਲੀ ਵਾਰ 819 ਰੁਪਏ ਤਨਖਾਹ ਮਿਲੀ ਅਤੇ ਉਸ ਤਨਖਾਹ ਦੇ ਨਾਲ ਮੈਂ ਗੁਜ਼ਾਰਾ ਕਰਨ ਲੱਗੀ ਅਤੇ ਆਪਣੇ ਸਹੁਰਾ ਸਾਹਿਬ ਅਤੇ ਆਪਣੇ ਬੱਚੇ ਨੂੰ ਕੋਲ ਰੱਖਿਆ। ਉਸ ਤੋਂ ਬਾਅਦ 6 ਜੂਨ 1999 ਨੂੰ ਮੇਰੀ ਬਦਲੀ ਸੀ ਜਿਹੜੀ, ਉਹ ਬਰੇਟਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁੰਡਿਆਂ ਵਿੱਚ ਹੋ ਗਈ। ਉੱਥੇ ਜਾ ਕੇ ਮੈਨੂੰ ਬੜੀ ਫੀਲ ਹੋਇਆ ਕਰੇ ਵੀ ਮੈਂ ਬਹੁਤ ਘੱਟ ਪੜ੍ਹੀ ਹਾਂ, ਮੈਂ 10 ਹੀ ਪੜ੍ਹੀ ਹਾਂ, ਵੀ ਮੇਰੇ ਬਰਾਬਰ ਦੇ ਬਹੁਤ ਅੱਗੇ ਗਏ ਹੋਏ ਆ। ਤਾਂ ਫਿਰ ਮੈਂ ਉੱਥੇ ਜਾ ਕੇ ਇੱਕ ਆਪਣੀ ਸਹੇਲੀ ਨਾਲ ਰਲ ਕੇ ਫਿਰ ਮੈਂ ਗਿਆਨੀ ਕੀਤੀ। ਗਿਆਨੀ ਤੋਂ ਬਾਅਦ ਫਿਰ ਮੇਰੇ ਮਨ ਦੇ ਵਿੱਚ ਆਇਆ ਵੀ ਨਹੀਂ ਤੂੰ +2 ਕਰ ਲੈ। ਫਿਰ ਉਸ ਤੋਂ ਬਾਅਦ 1991 ਦੇ ਵਿੱਚ ਮੈਂ ਮੰਡੀ ਕਲਾਂ ਗਈ ਅਤੇ ਜਿੱਥੇ ਮੇਰਾ ਆਪਦਾ ਸਕੂਲ ਸੀਗਾ, ਜਿੱਥੇ ਮੈਂ ਪੜ੍ਹੀ ਸੀਗੀ ਅਤੇ ਮੈਨੂੰ ਬਹੁਤ ਵਧੀਆ ਲੱਗਿਆ। ਅਤੇ ਉੱਥੇ ਆ ਕੇ ਮੈਂ 1992 ਦੇ ਵਿੱਚ ਮੇਰੇ ਚਾਚਾ ਜੀ ਦੀ ਜਿਹੜਾ ਮੇਰਾ ਸਹਾਰਾ ਸੀ, ਉਹਨਾਂ ਦੀ ਡੈਥ ਹੋ ਗਈ ਅਤੇ ਸਾਡਾ ਕੱਚਾ ਘਰ ਸੀਗਾ, ਉਸ ਘਰ ਨੂੰ ਵੀ ਲਿਪਿਆ ਪੋਚਾ ਕਰਦੇ ਸੀ। ਮੇਰੀ ਮਾਤਾ, ਮੇਰੀਆਂ ਭਰਜਾਈਆਂ, ਭਰਾ ਸਾਰੇ ਮੇਰੀ ਮਦਦ ਕਰਦੇ ਸੀਗੇ। ਉਸ ਤੋਂ ਬਾਅਦ ਮੈਂ ਕੱਚੇ ਘਰ ਤੋਂ ਬਾਅਦ ਥੋੜ੍ਹਾ ਜਿਹਾ ਪੱਕਾ ਘਰ ਬਣਵਾਇਆ ਆਪਣੇ ਭਰਾਵਾਂ ਦੀ ਮਦਦ ਨਾਲ। ਭਰਾਵਾਂ ਨੇ ਮੇਰੀ ਬਹੁਤ ਮਦਦ ਕੀਤੀ, ਹਰ ਸਮੇਂ ਮੇਰੇ ਨਾਲ ਰਹਿੰਦੇ ਸੀਗੇ। ਪਿੰਡ ਨੇ ਵੀ ਮੇਰੀ ਬਹੁਤ ਮਦਦ ਕੀਤੀ, ਜਿਸ ਨੂੰ ਵੀ ਮੈਂ ਕੋਈ ਕੰਮ ਕਹਿ ਦਿੰਦੀ, ਹਰ ਬੰਦਾ ਮੇਰੇ ਕੰਮ ਕਰਨ ਵਾਸਤੇ ਤਿਆਰ ਸੀ। ਰਿਸ਼ਤੇਦਾਰਾਂ ਨੇ ਮੇਰੀ ਮਦਦ ਕੀਤੀ। ਇਸ ਤਰ੍ਹਾਂ ਮੈਂ ਆਪਣੀ ਜ਼ਿੰਦਗੀ ਬਸਰ ਕਰਦੀ ਰਹੀ। ਮੇਰਾ ਬੇਟਾ ਸੀ ਜਿਹੜਾ, ਉਹ ਵੱਡਾ ਹੋਣਾ ਸ਼ੁਰੂ ਹੋ ਗਿਆ, ਤਾਂ ਉਸ ਨੇ ਵੀ ਆਪਣੀ ਖੇਤੀਬਾੜੀ ਸੰਭਾਲਣੀ ਸ਼ੁਰੂ ਕੀਤੀ। ਉਸ ਨੂੰ ਮੈਂ ਰਜਿੰਦਰਾ ਕਾਲਜ ਦੇ ਵਿੱਚ ਪੜ੍ਹਾਉਣਾ ਸ਼ੁਰੂ ਕੀਤਾ, ਜਿੱਥੇ ਉਹਨੇ MA ਹਿਸਟਰੀ ਦੀ ਕੀਤੀ। ਪਰ ਕਿਸਮਤ ਦੇ ਵਿੱਚ ਕੁਝ ਹੋਰ ਮਨਜ਼ੂਰ ਸੀ, ਉਸ ਦਾ ਕਿਸੇ ਕੁੜੀ ਨਾਲ ਮਿਲਾਪ ਹੋ ਗਿਆ ਅਤੇ ਉਸ ਦੇ ਨਾਲ ਮੈਨੂੰ ਮਜਬੂਰਨ ਵਿਆਹ ਕਰਨਾ ਪਿਆ। ਅਤੇ ਮੈਂ ਆਪਦੀ ਜ਼ਿੰਦਗੀ ਦੇ ਵਿੱਚ ਇੰਨੇ ਕੰਮ ਕੀਤੇ, ਸੰਘਰਸ਼ ਕੀਤਾ, ਪਰ ਮੈਂ ਗੁਰੂ ਦੀ ਬਾਣੀ ਨਾਲ ਜੁੜੀ ਰਹੀ। ਗੁਰੂ ਦੀ ਬਾਣੀ ਨਾਲ ਜੁੜਦੀ ਹੋਈ ਨੇ ਮੈਂ ਆਪਣੇ ਖੇਤ ਦੇ ਵਿੱਚੋਂ ਲੱਕੜਾਂ ਵੀ ਲੈ ਕੇ ਆਉਣੀਆਂ, ਆਪਣੇ ਖੇਤ ਵੀ ਜਾਣਾ, ਅਤੇ ਜੋ ਵੀ ਕੰਮ ਕਰਦਾ ਹੁੰਦਾ ਸੀ ਉਹਨੂੰ ਮੈਂ ਸਾਰੇ ਨੂੰ ਖਿੜੇ ਮੱਥੇ ਕਰਦੀ ਸੀਗੀ। ਤਾਂ ਇਸ ਤਰ੍ਹਾਂ ਕਰਦਿਆਂ ਕਰਦਿਆਂ ਮੇਰੀ ਜ਼ਿੰਦਗੀ ਦੇ ਵਿੱਚ ਇੰਨੀਆਂ ਮੁਸੀਬਤਾਂ ਆਈਆਂ ਸੁਖਪਾਲ, ਮੈਂ ਤੁਹਾਨੂੰ ਬਿਆਨ ਨਹੀਂ ਕਰ ਸਕਦੀ। ਵਿਆਹ ਤੋਂ ਬਾਅਦ ਮੇਰੇ ਜੀਵਨ ਦੇ ਵਿੱਚ ਕਈ ਇਹੋ ਜਿਹੀਆਂ ਘਟਨਾਵਾਂ ਆਈਆਂ ਜਿਹੜੀਆਂ ਮੈਂ ਦੱਸ ਨਹੀਂ ਸਕਦੀ ਹੈਗੀ, ਪਰ ਮੈਂ ਫਿਰ ਵੀ ਗੁਰੂ ਦਾ ਸ਼ੁਕਰ ਕਰਕੇ ਉਹਨਾਂ ਘਟਨਾਵਾਂ ਨੂੰ ਸਹਿੰਦੀ ਰਹੀ। ਇੱਕ ਸਮਾਂ ਇਹੋ ਜਿਹਾ ਆਇਆ ਜਦੋਂ ਕਿ ਮੈਨੂੰ ਘਰ ਛੱਡ ਕੇ ਨਿਕਲਣਾ ਪਿਆ। ਉਸ ਸਮੇਂ ਮੈਂ ਕਿਸੇ ਰਿਸ਼ਤੇਦਾਰ ਕੋਲ ਨਹੀਂ ਗਈ, ਬਸ ਮੈਂ ਸਿੱਧੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਅਨੰਦਪੁਰ ਸਾਹਿਬ ਪਹੁੰਚੀ, ਜਿੱਥੇ ਮੈਨੂੰ ਇਹ ਹੋਇਆ ਵੀ ਮੈਂ ਇੱਥੇ ਠੀਕ ਰਹਿ ਸਕਦੀ ਹਾਂ, ਇੱਥੇ ਮੇਰੀ ਇੱਜ਼ਤ ਆਬਰੂ ਗੁਰੂ ਸਾਹਿਬ ਆਪ ਰੱਖਣਗੇ। ਜਦੋਂ ਮੈਂ ਸਵੇਰੇ ਜਾਣ ਦੀ ਤਿਆਰੀ ਕੀਤੀ ਤਾਂ ਮੈਨੂੰ ਚੰਡੀਗੜ੍ਹ ਜਾਣ ਵਾਲੀ ਬੱਸ ਮਿਲੀ, ਉਸ ਉੱਤੇ ਮੈਂ ਚੜ੍ਹੀ। ਉਦੋਂ ਪਹਿਲਾਂ ਮੈਂ ਬੜੂ ਸਾਹਿਬ ਜਾ ਕੇ ਆਈ ਸੀ, ਜਿੱਥੇ ਬੀਬੀਆਂ ਦਾ ਹੀ ਸਾਰਾ ਪ੍ਰੋਗਰਾਮ ਸੀ, ਅਤੇ ਮੇਰੇ ਮਨ ਵਿੱਚ ਆਈ ਵੀ ਮੈਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਲੱਗਾ, ਜਿੱਥੇ ਬਾਬਾ ਆਤਰ ਸਿੰਘ ਦੀ ਭਗਤੀ ਕੀਤੀ ਹੋਈ ਹੈ। ਉਸ ਸਥਾਨ 'ਤੇ ਮੈਂ ਚੰਡੀਗੜ੍ਹੋਂ ਹੁੰਦੀ ਹੋਈ ਕਿਸੇ ਗੁਰਸਿੱਖ ਨੂੰ ਮਿਲ ਗਈ, ਭੈਣ ਸੀ ਗੁਰਸਿੱਖ। ਉਸ ਸਮੇਂ ਮੇਰੇ ਕੋਲ ਕੋਈ ਕੱਪੜਾ ਨਹੀਂ ਸੀ, ਟੁੱਟੀਆਂ ਚੱਪਲਾਂ ਮੇਰੇ ਪਾਈਆਂ ਹੋਈਆਂ ਸੀਗੀਆਂ। ਤਾਂ ਉਹਨਾਂ ਨੇ ਮੇਰੀ ਹਾਲਤ ਦੇਖ ਕੇ, ਪਰ ਮੇਰੇ ਕੋਲ ਉਸ ਸਮੇਂ 500 ਰੁਪਇਆ ਜ਼ਰੂਰ ਸੀ, ਜਿਹੜਾ ਮੇਰੀ ਜੇਬ ਦੇ ਵਿੱਚ ਸੀਗਾ। ਉਸ ਭੈਣ ਨੇ ਮੇਰੀ ਬੜੀ ਮਦਦ ਕੀਤੀ। ਜਦੋਂ ਸ਼ਾਮ ਨੂੰ ਅਸੀਂ ਬੈਰੀਅਰ ਪਾਰ ਕੀਤਾ ਤਾਂ ਉਹ ਕਹਿਣ ਲੱਗੇ ਵੀ ਬੀਬੀ ਤੂੰ ਕਾਹਦੇ ਵਾਸਤੇ ਚੱਲੀ ਹੈ? ਮੈਂ ਕਿਹਾ ਜੀ ਮੈਂ ਸੇਵਾ ਕਰਨ ਵਾਸਤੇ ਚੱਲੀ ਹਾਂ। ਅਤੇ ਉਸ ਤੋਂ ਬਾਅਦ ਸੇਵਾ ਕਰਦਿਆਂ ਕਰਦਿਆਂ ਉੱਥੇ ਉਹਨਾਂ ਨੇ ਮੈਨੂੰ ਪੁੱਛਿਆ ਵੀ ਤੂੰ ਕਿੰਨੇ ਪੈਸੇ ਲੈਣੇ ਆ? ਤੂੰ NIR ਨੂੰ ਪੜ੍ਹਾਇਆ ਕਰ, ਕੁੜੀਆਂ ਨੂੰ ਮੁੰਡਿਆਂ ਨੂੰ, ਜਾਂ ਇਹਨਾਂ ਨੂੰ ਤੂੰ
ਗੁਰੂ ਗ੍ਰੰਥ ਸਾਹਿਬ ਦੀ ਸੰਥ ਦਿਆ ਕਰ। ਪਰ ਮੈਂ ਉਹਨਾਂ ਤੋਂ 1 ਰੁਪਈਆ ਵੀ ਨਹੀਂ ਲਿਆ। ਮੈਂ ਉਹਨਾਂ ਨੂੰ ਕਿਹਾ ਵੀ ਮੈਂ ਆਪਦੀ ਤਨਖਾਹ ਤਾਂ ਛੱਡ ਕੇ ਆਈ ਹੈਗੀ, ਵੀ ਮੈਨੂੰ ਤਨਖਾਹ ਦੀ ਲੋੜ ਨਹੀਂ, ਬਸ ਮੈਂ ਤਾਂ ਫ੍ਰੀ ਸੇਵਾ ਕਰੂੰਗੀ। ਉੱਥੇ ਮੈਂ 5-7 ਘੰਟੇ ਉਹਨਾਂ ਦੇ ਨਾਲ ਰਹਿੰਦੀ, NIR ਦੇ ਨਾਲ, ਉਹਨਾਂ ਦੇ ਨਾਲ ਹੀ ਖਾਣਾ ਖਾਂਦੀ, ਉਹਨਾਂ ਦੇ ਨਾਲ ਹੀ ਉਹਨਾਂ ਨੂੰ ਗੁਰੂ ਸਾਹਿਬ ਦੀਆਂ ਕਹਾਣੀਆਂ ਜਾਂ ਗੁਰੂ ਗ੍ਰੰਥ ਸਾਹਿਬ ਦਾ ਅਸੀਂ ਪਾਠ ਕਰਦੇ ਸੀਗੇ। ਤਾਂ ਇਸ ਤਰ੍ਹਾਂ ਮੇਰਾ ਜੀਵਨ ਸੀ ਜਿਹੜਾ 3 ਮਹੀਨੇ ਅਸੀਂ ਜਿੱਥੇ ਨਾਹਣ ਦਾ ਰਾਜਾ ਇਸ਼ਨਾਨ ਕਰਦਾ ਉੱਥੇ ਇਸ਼ਨਾਨ ਕਰਦੇ, ਅਤੇ ਮੇਰੇ ਘਰ ਕੋਈ ਵੀ ਬਿਲਕੁਲ ਯਾਦ ਨਹੀਂ ਆਇਆ ਹੈਗਾ ਵੀ ਮੈਂ ਕਿੱਥੇ ਛੱਡਤਾ ਜਾਂ ਕਿਵੇਂ ਹੋ ਗਿਆ। ਉਸ ਤੋਂ ਬਾਅਦ ਮੇਰੇ ਰਿਸ਼ਤੇਦਾਰ ਭਰਾ ਨੂੰ ਪਤਾ ਲੱਗਿਆ, ਮੇਰੇ ਮਾਮਾ ਜੀ ਨੂੰ ਪਤਾ ਲੱਗਿਆ, ਉਹ ਮੇਰੇ ਕੋਲ ਪਹੁੰਚੇ, ਉਹ ਮੈਨੂੰ ਲੈ ਆਏ। ਆ ਕੇ ਫਿਰ ਮੈਂ ਸਕੂਲ ਦੇ ਵਿੱਚ ਜੁਆਇਨ ਕੀਤਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੰਡੀ ਕਲਾਂ ਦੇ ਵਿੱਚ ਜੁਆਇਨ ਕਰਕੇ ਫਿਰ ਮੈਂ ਆਪਣੀ ਨੌਕਰੀ ਵਾਪਸ ਕਰਦੀ ਰਹੀ। ਪਹਿਲਾਂ ਮੈਂ ਛੁੱਟੀ 'ਤੇ ਹੀ ਗਈ ਸੀਗੀ, ਕੁਛ ਮੈਂ ਅੰਡਲੀ ਵੀ ਛੁੱਟੀਆਂ ਲੈ ਲਈਆਂ, ਕੁਛ ਮੈਂ ਮੈਡੀਕਲ ਛੁੱਟੀਆਂ ਲੈ ਲਈਆਂ, ਇਸ ਤਰ੍ਹਾਂ ਮੈਂ ਚਲਾਉਂਦੀ ਰਹੀ ਕੰਮ ਨੂੰ। ਤਾਂ ਇਸ ਤਰ੍ਹਾਂ ਮੈਂ ਆਪਦੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਸੰਘਰਸ਼ ਦੇਖੇ। ਫਿਰ ਮੈਂ ਆਪਣੇ ਹੱਥੀਂ ਆਪਣਾ ਘਰ ਬਣਵਾਇਆ, ਆਪਣਾ ਪੁੱਤਰ ਦਾ ਵਿਆਹ ਕੀਤਾ, ਉਸ ਨੂੰ ਸਾਰੀਆਂ ਚੀਜ਼ਾਂ ਜੋ ਵੀ ਚਾਹੀਦੀਆਂ ਸੀ, ਲੋੜੀਂਦੀਆਂ ਸੀਗੀਆਂ, ਉਹ ਵੀ ਦਿੱਤੀਆਂ। ਪਰ ਅੱਜ ਫਿਰ ਮੈਂ ਪੜ੍ਹਾਈ ਸ਼ੁਰੂ ਕੀਤੀ 93 ਤੋਂ ਲੈ ਕੇ 98 ਤੱਕ। ਫਿਰ ਮੈਂ MA ਪੰਜਾਬੀ ਤੱਕ ਵਿੱਦਿਆ ਪ੍ਰਾਪਤ ਕੀਤੀ। ਇਸ ਤਰ੍ਹਾਂ ਮੇਰਾ ਉਸ ਪਿੰਡ ਦੇ ਨਾਲ, ਮੰਡੀ ਕਲਾਂ ਦੇ ਨਾਲ ਬਹੁਤ ਲਗਾਅ ਹੈ, ਢੱਡਿਆਂ ਦੇ ਨਾਲ ਵੀ ਬਹੁਤ ਲਗਾਅ ਹੈ। ਉੱਥੋਂ ਦੀ ਪੰਚਾਇਤ ਹੈ ਜਿਹੜੀ, ਉਹਨਾਂ ਨੂੰ ਵੀ ਮੇਰਾ ਮਤਲਬ ਪੂਰਾ ਸਤਿਕਾਰ ਕਰਦੀ ਸੀ, ਮੈਂ ਵੀ ਉਹਨਾਂ ਦਾ ਪੂਰਾ ਸਤਿਕਾਰ ਕਰਦੀ ਹਾਂ। ਹਰ ਪਿੰਡ ਦੇ ਘਰ ਨੂੰ ਜਾਣਦੀ ਹੈਗੀ। ਅਤੇ ਉਹਨਾਂ ਨੇ ਇਸ ਤਰ੍ਹਾਂ ਕਰਦਿਆਂ 2020 ਦੇ ਵਿੱਚ ਅਕਤੂਬਰ ਦੇ ਵਿੱਚ 31 ਅਕਤੂਬਰ 2020 ਨੂੰ ਮੈਂ ਮੰਡੀ ਕਲਾਂ ਨੂੰ ਅਲਵਿਦਾ ਕਹਿ ਕੇ ਰਿਟਾਇਰ ਹੋ ਗਈ। ਅਤੇ ਸਾਰੇ ਸਟਾਫ ਨੇ ਮੇਰਾ ਵਧੀਆ ਸਾਥ ਦਿੱਤਾ, ਅਤੇ ਮੈਂ ਆਪਣਾ ਗੁਜ਼ਾਰਾ ਜਿਹੜਾ, ਜਦੋਂ ਹੁਣ ਮੇਰੇ ਉੱਤੇ ਕੋਈ ਵੀ ਮੁਸੀਬਤ ਆਉਂਦੀ ਹੈ, ਮੁਸੀਬਤਾਂ ਦਾ ਹੁਣ ਵੀ ਮੇਰੇ ਉੱਤੇ ਪਹਾੜ ਟੁੱਟਿਆ ਹੋਇਆ, ਪਰ ਮੈਂ ਉਹ ਸਮਝਦੀ ਨਹੀਂ ਹੁੰਦੀ ਵੀ ਮੇਰੇ ਉੱਤੇ ਇੰਨੀਆਂ ਮੁਸੀਬਤਾਂ ਨੇਗੀਆਂ। ਮੈਂ ਇਹ ਸਮਝਦੀ ਹਾਂ ਗੁਰੂ ਦੀ ਦੇਣ ਹੈਗੀ, ਇਹ ਮੇਰੇ ਪਿਛਲੇ ਕੀਤੇ ਹੋਏ ਕਰਮਾਂ ਦਾ ਫਲ ਹੈਗਾ ਜਿਹੜੀ ਮੈਂ ਭੁਗਤਦੀ ਹੈਗੀ। ਪਰਮਾਤਮਾ ਕਰੇ ਇਹ ਮੇਰਾ ਜਿਹੜਾ ਫਲ ਹੈਗਾ, ਪਿਛਲਾ ਕੀਤਾ ਹੋਇਆ ਇੱਕ ਕਰਮ ਹੈ, ਮਾੜਾ ਕਰਮ ਹੈ, ਉਹਨੂੰ ਛੇਤੀ ਪੂਰਾ ਕਰ ਦੇ ਅਤੇ ਮੈਨੂੰ ਕੋਈ ਸੁੱਖ ਦਾ ਦਿਨ ਦਿਖਾਵੇ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਵਾਹਿਗੁਰੂ ਆਪਣੇ ਚਰਨਾਂ ਨਾਲ ਜੋੜ ਕੇ ਰੱਖੇ, ਅਤੇ ਸਰੀਰ ਨੂੰ ਤੰਦਰੁਸਤੀਆਂ ਵਾਸਤੇ। ਬਸ ਇਹੀ ਮੈਂ ਗੁਰੂ ਸਾਹਿਬ ਅੱਗੇ ਅਰਦਾਸ ਕਰਦੀ ਰਹਿਣੀ ਹੈ, ਹੇ ਵਾਹਿਗੁਰੂ, ਜੇਕਰ ਮੇਰਾ ਘਰ ਵਿਗੜ ਗਿਆ ਤਾਂ ਇਸ ਨੂੰ ਤੂੰ ਹੀ ਠੀਕ ਕਰ ਸਕਦਾ, ਦੁਨੀਆ ਦੀ ਕੋਈ ਤਾਕਤ ਨਹੀਂ ਕਰ ਸਕਦੀ। ਤੂੰ 1 ਮਿੰਟਾਂ ਵਿੱਚ ਵੀ ਕਰ ਸਕਦਾ, 1 ਸਕਿੰਟ ਵਿੱਚ ਵੀ ਕਰ ਸਕਦਾ ਗਾ। ਬਸ ਤੂੰ ਮੈਨੂੰ ਇੰਨਾ ਬਲ ਦੇ ਵੀ ਜਿਹੜਾ ਤੂੰ ਮੈਨੂੰ ਦੁੱਖ ਦਿੰਦਾ ਹੈ ਉਹਨੂੰ ਮੈਂ ਝੱਲ ਸਕਦੀ ਹੋਵਾਂ। ਪਰ ਗੁਰੂ ਸਾਹਿਬ ਦੀ ਇੰਨੀ ਰਜ਼ਾ ਹੈਗੀ, ਉਹ ਬਸ ਪਤਾ ਨਹੀਂ ਕਿਵੇਂ ਮੈਨੂੰ ਉਸ ਦੁੱਖ ਦੇ ਵਿੱਚੋਂ ਆਪਦੇ ਆਪ ਹੀ ਕੱਢ ਦਿੰਦਾ ਹੈਗਾ। ਮੈਨੂੰ ਸਮਝ ਨਹੀਂ ਆਉਂਦੀ ਹੁੰਦੀ ਵੀ ਉਹ ਕਿਵੇਂ ਕੱਢਦਾ ਹੈਗਾ। ਭਾਵੇਂ ਮੇਰੇ ਉੱਤੇ ਦੁੱਖਾਂ ਦਾ ਪਹਾੜ ਟੁੱਟਦਾ ਗਿਆ, ਇੱਕ ਤੋਂ ਇੱਕ ਵੱਧ ਕੇ ਪਹਾੜ ਟੁੱਟਿਆ, ਪਰ ਮੈਂ ਸਾਰੀ ਦੇਣ ਹੈ ਜਿਹੜੀ ਉਹ ਗੁਰੂ ਸਾਹਿਬ ਦੀ ਸਮਝਦੀ ਹੁੰਦੀ ਹਾਂ ਵੀ ਹੇ ਸੱਚੇ ਪਾਤਸ਼ਾਹ, ਮੈਂ ਦੁੱਖਾਂ ਦਾ ਦਰਿਆ, ਇੱਕ ਦੁੱਖ ਹੋਰ ਸਹੀ, ਇਹ ਵੀ ਮੇਰੇ ਕੀਤੇ ਹੋਏ ਕਰਮਾਂ ਦਾ ਫਲ ਹੈ ਜਿਹੜਾ ਮੈਂ ਭੁਗਤਦੀ ਫਿਰਦੀ ਹਾਂ। ਵਾਹਿਗੁਰੂ ਕਿਰਪਾ ਕਰੇ। ਬਸ ਅੱਗੇ ਵਾਹਿਗੁਰੂ ਅੱਗੇ ਮੈਂ ਅਰਦਾਸ ਕਰਦੀ ਹਾਂ, ਹੇ ਵਾਹਿਗੁਰੂ, ਹੁਣ ਮੈਨੂੰ ਤੂੰ ਸੁੱਖ ਸ਼ਾਂਤੀ ਦੇ, ਮੇਰੇ ਪਰਿਵਾਰ ਨੂੰ ਸੁੱਖ ਸ਼ਾਂਤੀ ਦੇ, ਸਾਰੇ ਅਸੀਂ ਇਕੱਠੇ ਰਹੀਏ, ਇਕੱਠਾ ਸਾਡਾ ਮੇਲ ਮਿਲਾਪ ਹੋਵੇ। ਅਤੇ ਦੁਨੀਆ ਦੇ ਵਿੱਚ ਇੱਥੋਂ ਕੀ ਲੈ ਕੇ ਜਾਣਾ, ਖਾਲੀ ਹੱਥ ਆਏ ਹਾਂ ਅਤੇ ਖਾਲੀ ਹੀ ਜਾਣਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਭੂਆ ਜੀ ਤੁਸੀਂ ਇੰਨਾ ਸਟਰਗਲ ਕੀਤਾ, ਅੱਜ ਕੱਲ੍ਹ ਤਾਂ ਬਹੁਤ ਸਹੂਲਤਾਂ ਹੁੰਦੀਆਂ ਨੇ, ਫਿਰ ਵੀ ਲੋਕ ਹਾਰ ਮੰਨ ਲੈਂਦੇ ਆ। ਤੁਸੀਂ ਇੱਕ 8ਵੀਂ ਤੋਂ ਬਾਅਦ ਤੁਸੀਂ MA ਤੱਕ ਸਟੱਡੀ ਕਰ ਲਈ, ਤੇ ਕਈ ਹੁੰਦੇ ਆ ਵੀ ਜਿਨ੍ਹਾਂ ਕੋਲ ਸਾਰੀਆਂ ਸੁੱਖ ਸੁਵਿਧਾਵਾਂ ਹੁੰਦੀਆਂ ਨੇ, ਜਿਵੇਂ ਅੱਜ ਕੱਲ੍ਹ ਤਾਂ ਆਪਾਂ ਦੇਖ ਹੀ ਆ ਨਸ਼ੇ ਦਾ ਟਰੈਂਡ ਚੱਲਦਾ ਪਿਆ, ਵੀ ਬੱਚੇ ਬਹੁਤ ਛੇਤੀ ਕਹਿੰਦੇ ਸਾਨੂੰ ਤਾਂ ਕੋਈ ਰੁਜ਼ਗਾਰ ਨਹੀਂ ਮਿਲਦਾ। ਤੁਸੀਂ ਉਹ ਟਾਈਮ ਤੋਂ ਉੱਠੇ ਹੋ ਜਦੋਂ ਉੱਥੇ ਸਟੱਡੀ ਦਾ ਵੀ ਕੋਈ ਸਾਧਨ ਨਹੀਂ ਸੀ ਹੁੰਦਾ, ਵੀ ਘਰਦਿਆਂ ਕੋਲ ਕੋਈ ਉਹ ਨਹੀਂ ਸੀ ਹੁੰਦਾ ਹੈਗਾ, ਵੀ ਆਪਾਂ ਕਹਿੰਦੇ ਸਾਧਨ ਨਹੀਂ ਆ ਕੋਈ ਨਾ। ਮੈਂ ਤਾਂ ਨਾਲੇ ਆਹ ਕਰਦੀ ਨਾ, ਮੈਂ ਭਾਂਡੇ ਜੂਠੇ ਐਡਾ ਸੈਂਕ ਭਰ ਲੈਂਦੀ ਖੇਲ। ਹਾਂਜੀ। ਤੇ ਰਾਤ ਨੂੰ ਮੈਂ ਪੜ੍ਹਦੀ ਆ ਕੇ, ਤੇ ਮੇਰੀ ਮਾਂ ਕਹਿ ਦਿੰਦੀ ਕੁੜੇ ਤੂੰ ਪੈ ਜਾ, ਪਰ ਮੈਂ ਕਹਿ ਦਿੰਦੀ ਨਹੀਂ ਮਾਂ, ਇਹ ਮੇਰੇ ਕੰਮ ਆਉਣ ਵਾਲੀਆਂ ਚੀਜ਼ਾਂ ਨਹੀਂ ਆ। ਬਿਲਕੁਲ। ਤੇ ਨਹੀਂ ਤਾਂ ਹੁਣ ਅੱਜ ਕੱਲ੍ਹ ਤਾਂ ਸਾਰੇ ਟੁੱਟ ਜਾਂਦੇ ਆ, ਕਹਿੰਦੇ ਆ ਵੀ ਨਹੀਂ, ਜੇ ਕੁਝ ਵੀ ਹੋ ਜਾਏ ਲਾਈਫ 'ਚ, ਤੁਸੀਂ ਦੇਖੋ ਹਸਬੈਂਡ ਦੀ ਡੈਥ ਤੋਂ ਬਾਅਦ ਤੁਸੀਂ ਜੋਬ ਵੀ ਲਈ, ਉਸ ਤੋਂ ਬਾਅਦ MA ਵੀ ਤੁਸੀਂ ਕੀਤੀ, ਹੈ ਨਾ। ਤੇ ਇਹ ਬਹੁਤ ਵੱਡਾ ਸਟਰਗਲ ਹੁੰਦਾ ਲਾਈਫ ਦਾ, ਵੀ ਬੰਦਾ ਇੰਨਾ ਸਟੈਂਡ ਹੋ ਜਾਵੇ। ਇੱਕ ਗਵਰਨਮੈਂਟ ਜੋਬ ਲੈਣੀ, ਜਦੋਂ ਇੱਕ ਵਾਰੀ ਆਪਾਂ ਮੈਂਟਲੀ ਡਿਸਟਰਬ ਹੋ ਜਾਂਦੇ, ਆਪਣੇ ਲਈ ਸੈਟਲ ਹੋਣਾ, 0 ਲੈਵਲ ਤੋਂ ਉੱਠਣਾ ਹੀ ਬਹੁਤ ਵੱਡੀ ਗੱਲ ਹੁੰਦੀ ਆ। ਬਸ ਮੈਂ ਤਾਂ ਕੀ ਕਰ ਸਕਦੀ ਹਾਂ ਵੀਰੇ, ਉਹ ਸਾਰੀ ਉਹਦੀ ਰਜ਼ਾ, ਉਹ ਪਰਮਾਤਮਾ ਦੀ ਰਜ਼ਾ। ਬਸ ਮੈਂ ਤਾਂ ਉਹਨੂੰ ਇਹੀ ਕਹਿੰਦੀ ਹੁੰਦੀ ਹਾਂ, ਹੇ ਵਾਹਿਗੁਰੂ, ਬਸ ਤੂੰ ਮੈਨੂੰ ਇੱਜ਼ਤ ਦੀ ਰੋਟੀ ਦੇ ਦੀ, ਭਾਵੇਂ ਅੱਧੀ ਦੇ ਦੀ, ਜੇ ਤੇਰੀ ਰਜ਼ਾ ਨਾ ਅੱਧੀ ਦੇਣੀ ਫਿਰ ਅੱਧੀ ਦੇਈ, ਕੋਈ ਗੱਲ ਨਹੀਂ ਹੈਗੀ। ਬਿਲਕੁਲ। ਹੈਂ, ਪਰ ਇੱਜ਼ਤ ਦੀ ਦੇਈ ਗੱਗੂ।
ਜਿਵੇਂ ਤੁਸੀਂ 84 ਦੀਆਂ ਗੱਲਾਂ ਸੁਣਾਉਣੇ ਹੋਗੇ ਹਾਂ। ਵੀ ਉਹ ਆਮ ਲੋਕਾਂ ਨੂੰ ਫੜ ਕੇ ਵੀ ਉਸ ਟਾਈਮ ਉਹਨਾਂ ਦੇ ਗਲਾਂ 'ਚ ਟਾਇਰ ਪਾ ਕੇ ਹਾਂ, ਜਿਵੇਂ ਪਤਾ ਨਹੀਂ ਸੁਣਦੇ ਸਾਨੂੰ ਕਿਵੇਂ ਬਚ ਗਿਆ ਸੀ। ਮੈਨੂੰ ਪਾਣੀ ਦੀ ਟੈਂਕੀ 'ਚ ਵਿੱਚ ਵੀ ਰੱਖਿਆ ਇੱਕ ਰਾਤ, ਪਾਣੀ ਦੀ ਟੈਂਕੀ 'ਚ ਵੀ ਰਹੇ। ਫਿਰ ਮੈਂ ਤਾਂ ਪਾਣੀ- ਸੋਨੂੰ ਪਾਣੀ ਦੀ ਖਾਲੀ ਕਰਕੇ ਟੈਂਕੀ ਉਹਦੇ ਵਿੱਚ ਵੀ ਰੱਖਿਆ, ਸਾਨੂੰ ਐ ਢੱਕਣ ਮਾੜਾ ਜਿਹਾ ਉਹ ਕਰਕੇ। ਤੇ ਬੰਦੇ ਮਤਲਬ ਆਮ ਸਿੱਖਾਂ ਨੂੰ ਵੀ ਫੜ ਕੇ ਉਸ ਹਾਂ, ਟਾਈਮ ਆਮ ਸਿੱਖਾਂ ਨੂੰ ਫੜਦੇ ਸੀ ਉਦੋਂ। ਸਾਡੇ ਸਾਹਮਣੇ ਹੀ ਹੋਏ ਆ ਦੰਗੇ ਸੜਕ ਤੇ, ਰਿੰਗ ਰੋਡ ਤੇ। ਕੀ ਤੁਹਾਨੂੰ ਕੋਈ ਉਹ ਟਾਈਮ ਦੀ ਕੋਈ ਸਟੋਰੀ ਯਾਦ ਹੋਵੇ, ਕਹਾਣੀ ਯਾਦ ਹੋਵੇ ਜਿਹੜਾ ਕੁਝ ਹੋਇਆ? ਉਸ ਸਮੇਂ ਤਾਂ ਬਈ ਬਾਹਲਾ ਕੁਛ ਹੋਇਆ। ਉਸ ਸਮੇਂ ਤਾਂ ਜਦੋਂ ਸਾਨੂੰ ਪਤਾ ਲੱਗਿਆ ਨਾ ਵੀ ਇੰਦਰਾ ਗਾਂਧੀ ਮਾਰਤੀ 31 ਅਕਤੂਬਰ ਨੂੰ 12 ਵਜੇ, ਤੇ ਇਹ ਸੁਣ ਦੇ ਡੈਡੀ ਬਾਜ਼ਾਰ ਗਏ ਹੋਏ ਸੀ ਖਾਰੀ ਪੌੜੀ, ਉੱਥੋਂ ਆ ਗਏ। ਮੈਨੂੰ ਕਹਿੰਦੇ ਵੀ ਲੈ ਵੀ ਜਿਹੜਾ ਕੁਛ ਬੰਨਣਾ ਬੰਨ ਲਓ, ਆਪੋ ਆਪਣੇ ਪੈਸੇ ਅਲੱਗ ਕਰ ਲਓ, ਵੀ ਕੀ ਪਤਾ ਕਿਹੜੇ ਵੇਲੇ ਭੱਜਣਾ ਪੈ ਜੇ। ਇੰਦਰਾ ਗਾਂਧੀ ਮਾਰਤੀ ਤਾਂ ਮੈਨੂੰ ਬੜੀ ਚਿੰਤਾ ਹੋਈ ਵੀ ਕੱਪੜੇ ਪਾ ਲਓ ਜਿਹੜੇ ਵੀ ਮਤਲਬ ਆਪਣੇ ਨਾਲ ਲੈ ਜਾਣ। ਆਪਣੇ ਨਾਲ ਲਿਜਾਣ ਵਾਲੇ ਨਹੀਂ, ਵੀ ਜਿਹੜੇ ਕੋਈ 2-4 ਦਿਨ ਚੱਲ ਸਕਦੇ ਹੁਣ। ਨਾਲ ਲਿਜਾਣ ਨਾਲ ਤਾਂ ਕੋਈ ਸਾਂਭਾ ਹੀ ਨਹੀਂ ਸੀਗਾ। ਹਾਂਜੀ। ਉਹਦੇ ਨਾਲ ਲਿਜਾਣ ਨਾਲ ਤਾਂ ਕੋਈ ਸਾਂਭਾ ਨਹੀਂ ਸੀ। ਸਾਡੇ ਨਾਲ ਦੀ ਕੁੜੀ ਸੀਗੀ, ਬਿਲਕੁਲ ਉਹਨਾਂ ਦੇ ਘਰ ਨੂੰ ਅੱਗ ਲਾਤੀ ਸੀ। ਬੱਚੇ ਅਲਮਾਰੀ 'ਚ ਰੱਖੇ ਸੀਗੇ, ਉਹਨਾਂ ਨੇ ਬੰਦ ਕਰਕੇ ਜਮਨਾ ਪਾਰ ਕੀਤੀ। ਟੁੱਟੀਆਂ ਚੱਪਲਾਂ ਵੀ ਉਹਨਾਂ ਦੀਆਂ ਉੱਥੇ ਰਹਿ ਗਈਆਂ ਸੀਗੀਆਂ। ਫਿਰ ਅਸੀਂ ਉਹਨੂੰ ਕੈਂਪ 'ਚ ਚੱਪਲਾਂ ਦੇ ਕੇ ਆਏ। ਅੱਜ ਵੀ ਸਾਡਾ ਬਹੁਤ ਕਰਦੇ ਆ ਉਹ, ਕੈਨੇਡਾ ਪਹੁੰਚ ਬੈਠੇ ਨੇ ਉਹ ਅੱਜ, ਹਾਂਜੀ। ਬਹੁਤ ਕਰਦੇ ਨੇਗੇ। ਤੇ ਪਰ ਜਦੋਂ ਚਾਚਾ ਜੀ ਨੇ ਮੇਰੇ ਨੇ ਕਿਹਾ ਵੀ ਸਾਨੂੰ ਪੈਸੇ ਵੀ ਅਲੱਗ-ਅਲੱਗ ਫੜਾਤੇ, 200-200 ਰੁਪਈਆ, 300-300 ਰੁਪਈਆ। ਉਦੋਂ ਸਾਡਾ ਇੰਨਾ ਕੀ ਪੈਸਾ ਹੁੰਦਾ ਵੀਰੇ, ਇੱਥੇ 9 ਰੁਪਈਏ ਤਾਂ ਦਿੱਲੀ ਦੀ ਟਿਕਟ ਸੀਗੀ। ਤੇ ਫਿਰ ਵੀ ਅਸੀਂ ਮਤਲਬ ਐਂ ਡੋਲੇ ਨਹੀਂ ਹੈਗੇ। ਤੇ ਫਿਰ ਸਾਨੂੰ ਰਾਤ ਨੂੰ, ਸੋਨੂੰ ਤਾਂ ਬਹੁਤ ਛੋਟਾ ਸੀਗਾ, ਤੇ ਇੱਕ ਮਤਲਬ ਕੱਪੜਾ ਜਿਹਾ ਬਣਾ ਕੇ ਦੇਤਾ ਸੀ ਵੀ ਜੇ ਇਹ ਰੋਊਗਾ ਵੀ ਤੂੰ ਇਹਦੇ ਮੂੰਹ ਦੇ ਵਿੱਚ ਪਾ ਦੀ ਕੱਪੜਾ। ਤੇ ਦੁੱਧ ਦੀ ਬੋਤਲ ਅਸੀਂ ਰੱਖ ਲਈ ਸੀ ਕੋਲੇ, ਤੇ ਉਹ ਬਲਰਾਜ ਬਾਸਣ ਸੀਗਾ, ਤੇ ਉਹਨੇ ਫਿਰ ਵੰਡ ਨਹੀਂ ਦਿੱਤੇ ਕਿਸੇ ਦੇ। ਬਹੁਤ ਹੀ ਵਧੀਆ ਬੰਦਾ ਸੀਗਾ ਉਹ। ਤੇ ਸਾਨੂੰ ਪਾਣੀ ਦੀ ਟੈਂਕੀ ਖਾਲੀ ਕਰਕੇ ਤੇ ਟੈਂਕੀ ਦੇ ਵਿੱਚ ਰੱਖਿਆ ਤੀਸਰੀ ਮੰਜ਼ਲ ਤੇ। ਠੀਕ ਹੈ। ਤੇ ਉਹ ਹਿੰਦੂ ਪਰਿਵਾਰ ਨਾਲ ਸੰਬੰਧਿਤ ਸੀ? ਉਹ ਹਿੰਦੂ ਪਰਿਵਾਰ ਨਾਲ ਸੰਬੰਧਿਤ ਸੀਗੇ। ਬਹੁਤ ਵਧੀਆ ਬੰਦਾ ਸੀਗਾ ਉਹ। ਤੇ ਸਾਡੇ ਸਾਹਮਣੇ ਰਿੰਗ ਰੋਡ ਸੀਗਾ, ਉਹਦੇ ਵਿੱਚ ਦੇਖਿਆ ਗਿਆ ਵੀ ਲੋਕਾਂ ਦੀਆਂ ਗਲਾਂ ਦੇ ਵਿੱਚ ਟਾਇਰ ਪਾਏ ਜਾਂਦੇ ਸੀ। ਤੇ ਸਾਥੋਂ 20 ਕਰਮ ਦੀ ਦੂਰੀ ਦੇ ਉੱਤੇ ਤਾਂ ਸਾਡੇ ਮਗਰ ਹਜੂਮ ਸੀਗਾ, ਪਰ ਅਸੀਂ ਭੱਜ ਕੇ ਵੜ ਗਏ। ਉਹਨਾਂ ਦੇ ਬਲਰਾਜ ਬਾਸ਼ਨ ਕਹਿੰਦੇ ਸਾਨੂੰ ਮੰਜਿਆਂ ਥੱਲੇ ਲੁਕੋਇਆ। ਬੈੱਡ ਤਾਂ ਉਦੋਂ ਬਹੁਤ ਘੱਟ ਹੁੰਦੇ ਸੀਗੇ, ਮੰਜੇ ਹੁੰਦੇ ਸੀਗੇ, ਤੇ ਮੰਜਿਆਂ ਥੱਲੇ ਲੁਕੋਇਆ। ਤੇ ਨਾਲ ਸਾਡੇ ਉੱਨ ਵਾਲਿਆਂ ਦੀ ਫੈਕਟਰੀ ਸੀਗੀ, ਤੇ ਉਹਨਾਂ ਨੇ ਫਿਰ ਆਪਦੇ ਹਥਿਆਰ ਚੱਕੇ। ਫਿਰ ਮੁਕਾਬਲਾ ਹੋਇਆ ਉੱਥੇ ਰਜੌਰੀ ਗਾਰਡਨ ਵੀ, ਰਿੰਗ ਰੋਡ ਦੇ ਉੱਤੇ ਮੁਕਾਬਲਾ ਬਹੁਤ ਹੋਇਆ। ਤੁਸੀਂ ਸਾਡੇ ਅੱਜ ਦੇ ਯੂਥ ਨੂੰ ਕੀ ਕਹਿਣਾ ਚਾਹੋਗੇ ਜਿਹੜਾ ਬਹੁਤ ਛੇਤੀ ਹਾਰ ਮੰਨ ਲੈਂਦੇ ਆ ਤੇ ਨਸ਼ਿਆਂ ਵਗੈਰਾ ਤੇ ਲੱਗ ਜਾਂਦੇ ਆ? ਮੈਂ ਤਾਂ ਇਹੀ ਕਹੂੰਗੀ ਸੁਖਪਾਲ ਵੀ ਭਾਈ ਸਾਨੂੰ ਆਪਦੀ ਜ਼ਿੰਦਗੀ ਦੇ ਵਿੱਚ ਲੜਦੇ ਰਹਿਣਾ ਚਾਹੀਦਾ, ਸੰਘਰਸ਼ ਕਰਦਾ ਰਹਿਣਾ ਚਾਹੀਦਾ। ਸੰਘਰਸ਼ ਹੀ ਜ਼ਿੰਦਗੀ ਦਾ ਨਾਂ ਹੈ। ਜੇ ਸਾਡੇ ਉੱਤੇ ਕਦੇ ਔਖ ਦਾ ਸਮਾਂ ਆਇਆ ਤਾਂ ਸੌਖ ਦਾ ਵੀ ਲਿਆ ਸਕਦਾ ਹੈ। ਜੇ ਧੁੱਪ ਹੈ ਤਾਂ ਛਾਂ ਵੀ ਹੈ, ਠੀਕ ਹੈ ਨਾ। ਜੇ ਦੁੱਖ ਹੈ ਤਾਂ ਸੁੱਖ ਵੀ ਆ ਸਕਦਾ ਗਾ। ਇਹ ਪ੍ਰਮਾਤਮਾ ਦੀ ਖੇਡ ਹੈਗੀ। ਬਸ ਸਾਨੂੰ ਇਹ ਮੰਨਣਾ ਚਾਹੀਦਾ ਹੈ ਵੀ ਜੇ ਅਸੀਂ ਜ਼ਿੰਦਗੀ ਤੋਂ ਹਾਰ ਗਏ ਜਾਂ ਅਸੀਂ ਆਤਮ ਹੱਤਿਆ ਕਰ ਲਈ, ਫਿਰ ਤਾਂ ਸਾਡਾ ਕਾਹਦਾ ਜੀਵਨ ਹੈਗਾ? ਬਿਲਕੁਲ ਜੀ। ਫਿਰ ਤਾਂ ਸਾਡਾ ਜੀਵਨ ਜ਼ੀਰੋ ਹੈ। ਬਿਲਕੁਲ ਜੀ। ਤੇ ਜੇ ਅਸੀਂ ਸੰਘਰਸ਼ ਕਰਦੇ ਰਹੇ ਜ਼ਿੰਦਗੀ ਦੇ ਵਿੱਚ, ਤੇ ਉਹਨਾਂ ਜਿਹੜੀਆਂ ਸਾਡੇ ਕੋਲੇ ਪ੍ਰੋਬਲਮ ਆਈਆਂ ਨੇਗੀਆਂ, ਉਹ ਆਪਣੇ ਆਪ ਹੀ ਪ੍ਰਮਾਤਮਾ ਸੋਲਵ ਕਰ ਦਿੰਦਾ ਗਾ। ਹਾਂਜੀ, ਉਹਦਾ ਆਪਣੇ ਆਪ ਰਾਹ ਨਿਕਲਦਾ ਆਪਣੇ ਆਪ ਹੀ ਕੱਢ ਦਿੰਦਾ ਉਹ। ਬਸ ਵਾਹਿਗੁਰੂ ਤੇ ਭਰੋਸਾ ਰੱਖ ਕੇ ਸਾਨੂੰ ਕਦਮ ਹੈ ਜਿਹੜਾ ਜ਼ਿੰਦਗੀ ਦਾ ਅੱਗੇ ਰੱਖਣਾ ਚਾਹੀਦਾ। ਜਿੰਨੇ ਸਾਨੂੰ ਸਵਾਸ ਮਿਲੇ ਨੇਗੇ, ਉਹਨਾਂ ਨੂੰ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਉਹਦਾ ਨਾਮ ਜਪ ਕੇ ਜਾਂ ਉਹਦਾ ਨਾਮ ਜਪ ਕੇ ਬਸ ਵੀ ਜੋ ਕੁਛ ਤੂੰ ਕਰਨਾ ਹੈ ਸੋ ਕਰ ਰਿਹਾ ਹੈ, ਇਹ ਚੰਗਾ ਹੀ ਹੋ ਰਿਹਾ ਹੈ। ਬਿਲਕੁਲ ਜੀ। ਜੇ ਆਪਾਂ ਮਿਹਨਤ ਕਰਦੇ ਆ, ਕਿਸੇ ਕੰਮ 'ਚ ਵੀ ਲੱਗੇ ਰਹਿਣਾ, ਤਾਂ ਕੋਈ ਨਾ ਕੋਈ ਹੱਲ ਨਿਕਲਦਾ ਹੀ ਹੈ। ਹਾਂ, ਕਿਉਂਕਿ ਤੁਸੀਂ ਵੀ ਮੈਰਿਜ ਤੋਂ ਬਾਅਦ ਤਾਂ ਸੋਚਿਆ ਨਹੀਂ ਹੋਣਾ ਵੀ ਤੁਸੀਂ ਗਵਰਨਮੈਂਟ ਜੌਬ ਤੇ ਜਾਓਗੇ ਜਾਂ ਤੁਸੀਂ ਕੋਈ ਜੌਬ ਲਈ ਟਰਾਈ ਕਰਨਾ ਜਾਂ ਅੱਗੇ ਪੜ੍ਹਨਾ। ਉਹ ਤਾਂ ਤੁਸੀਂ ਕਦੇ ਸੋਚਿਆ ਨਹੀਂ, ਪਰ ਜਿੱਦਾਂ ਦੇ ਹਾਲਾਤ ਹੋਏ, ਹਾਲਾਤਾਂ ਦੇ ਹਿਸਾਬ ਨਾਲ ਤੁਸੀਂ ਫਿਰ ਪੜ੍ਹਾਈ ਵੀ ਕੀਤੀ, ਜੌਬ ਵੀ ਲੈਤੀ, ਸਾਰਾ ਕੁਛ ਹੀ ਕੀਤਾ ਜੀ। ਹਾਂ, ਮੈਂ ਜ਼ਿੰਦਗੀ ਦੇ ਵਿੱਚ ਸਾਰੇ ਪੱਖ ਦੇਖਿਆ। ਮੈਂ ਨੀਵੇਂ ਤੋਂ ਨੀਵਾਂ ਵੀ ਕੰਮ ਕੀਤਾ ਹੈ। ਵੀ ਜਿਵੇਂ ਹੁਣ ਖੇਤ ਜਾਣਾ, ਵੀ ਉੱਥੇ ਦੇਖਣਾ ਮੈਂ ਲੱਕੜਾਂ ਪਈਆਂ ਨੇ, ਫਿਰ ਮੈਂ ਲੱਕੜਾਂ ਵੀ ਚੱਕ ਲਿਆਉਂਦੀ। ਜਿਵੇਂ ਹੁਣ ਪਸ਼ੂ ਰੱਖਣੇ, ਗੋਹਾ ਕੂੜਾ ਵੀ ਸਿੱਟਣਾ, ਵੀ ਮੈਨੂੰ ਐ ਨਹੀਂ ਸੀ ਲੱਗਦਾ ਵੀ ਮੈਂ ਗੋਹਾ ਕੂੜਾ ਨਹੀਂ ਸਿੱਟਣਾ ਹੈਗਾ। ਤੇ ਕਈ ਵਾਰੀ ਤਾਂ ਮੈਨੂੰ ਘਰ ਆ ਕੇ ਵੀ ਕਈ ਵਾਰੀ ਬੱਚੇ ਵੀ ਕਹਿਣ ਲੱਗ ਜਾਂਦੇ ਵੀ ਸਾਨੂੰ ਐਂ ਨਹੀਂ ਲੱਗਦੇ ਹੈਗੇ ਜੀ ਤੁਸੀਂ ਟੀਚਰ ਹੋਵੋਗੇ। ਮੈਂ ਕਿਹਾ ਵੀ ਮੈਂ ਟੀਚਰਾਂ ਵਾਲੀ ਗੱਲ ਹੀ ਨਹੀਂ ਕਰਦੀ ਹੈਗੀ ਭਾਈ, ਮੈਂ ਟੀਚਰਾਂ ਵਾਲੀ ਗੱਲ ਹੀ ਨਹੀਂ ਕੀਤੀ ਹੈਗੀ। ਤੇ ਕਦੇ ਮੈਨੂੰ ਕੋਈ ਬਾਹਲੇ ਚੰਗੇ ਕੱਪੜੇ ਪਾਉਣ ਦਾ ਵੀ ਸ਼ੌਂਕ ਨਹੀਂ ਹੋਇਆ ਵੀ ਮੈਂ ਬਾਹਲੇ ਚੰਗੇ ਜਾਂ ਕੀਮਤੀ ਕੱਪੜੇ ਪਾਉਣੇ ਆ। ਬਸ ਮੈਨੂੰ ਤਾਂ ਜਿਹੇ ਜਿਹੇ ਮਿਲ ਜਾਣ ਧੋਤੇ, ਬਸ ਸਾਫ਼ ਸੁਥਰੇ ਹੋਣੇ ਚਾਹੀਦੇ ਨੇ। ਬਸ ਇਹ ਨਹੀਂ ਹੈਗਾ ਵੀ ਮੈਨੂੰ ਮਹਿੰਗੇ ਪਾਉਣ ਦੇ ਵਿੱਚ ਮਹਿੰਗੀਆਂ ਚੀਜ਼ਾਂ ਲੈਣ ਦਾ ਮੈਨੂੰ ਕੋਈ ਸ਼ੌਂਕ ਨਹੀਂ ਜ਼ਿੰਦਗੀ ਉਹ ਨਹੀਂ ਦਾ। ਹੈਗਾ ਵੀ ਤੁਸੀਂ ਗਵਰਨਮੈਂਟ ਜੌਬ ਤੇ ਤੁਸੀਂ ਦਿਖਾਵਾ ਕਰਨਾ। ਨਾ ਮੈਨੂੰ ਮਹਿੰਗੀਆਂ ਚੀਜ਼ਾਂ ਲੈਣ ਦਾ ਸ਼ੌਂਕ ਹੀ ਨਹੀਂ ਹੈਗਾ।
ਬਸ ਜਿਵੇਂ ਵੀ ਮੈਂ ਕਰਦੀ ਹਾਂ, ਜੇ ਕਿਸੇ ਦੇ ਦੁੱਖ ਸੁੱਖ ਹੁੰਦਾ ਗਾ, ਉੱਥੇ ਵੀ ਮੈਨੂੰ ਐ ਹੁੰਦੀ ਆ ਸਾਂਝ ਵੀ ਮੈਂ ਜਾ ਕੇ ਅਗਲੇ ਦਾ ਦੁੱਖ ਸੁੱਖ ਬਣਾਵਾਂ। ਭਾਵੇਂ ਮੈਂ ਉਹ ਉਸ ਨੂੰ ਜਾਣਦੀ ਹਾਂ, ਭਾਵੇਂ ਨਹੀਂ ਜਾਣਦੀ। ਪਿੰਡ ਦੇ ਵਿੱਚ ਹੁਣ ਮੇਰਾ ਇਹੋ ਜਿਹਾ ਪ੍ਰੋਗਰਾਮ ਹੈਗਾ ਵੀ ਜੇ ਹੁਣ ਕਿਸੇ ਦੇ ਕੋਈ ਦੁੱਖ ਹੋ ਜਾਂਦਾ, ਵਿਆਹ ਹੋ ਜਾਂਦਾ, ਮੰਗਣਾ ਹੁੰਦਾ, ਜਾਂ ਕੋਈ ਖੰਡ ਪਾਠ ਪ੍ਰਗਾਸ ਹੈ, ਭਾਵੇਂ ਮੈਨੂੰ ਕੋਈ ਕਹਿ ਕੇ ਜਾਵੇ ਭਾਵੇਂ ਨਾ ਜਾਵੇ, ਪਰ ਮੈਂ ਅਗਲੇ ਦੇ ਜ਼ਰੂਰ ਸਮੇਂ ਸਿਰ ਜਾਂਦੀ ਹੈਗੀ। ਇਹ ਮੇਰਾ ਰੂਟੀਨ ਹੀ ਬਣਿਆ ਹੋਇਆ। ਬਸ ਇੱਕ ਸਾਰਾ ਪਿੰਡ ਹੀ ਮੈਨੂੰ, ਨਾਨਕਾ ਪਿੰਡ ਵੀ, ਉੱਥੇ ਵੀ ਮੈਂ 5 ਸਾਲ ਗੁਜ਼ਾਰੇ ਨੇ, ਅਤੇ ਪੇਕੇ ਪਿੰਡ ਦੇ ਵਿੱਚ ਵੀ ਮੈਨੂੰ 34 ਸਾਲ ਹੋ ਗਏ ਆਈ ਨੂੰ, ਇੱਥੇ ਵੀ। ਅਤੇ ਮੇਰੇ ਹਸਬੈਂਡ ਦੀ ਡੈਥ ਨੂੰ 38ਵਾਂ ਸਾਲ ਲੱਗਿਆ ਹੋਇਆ। ਬਸ ਫਿਰ ਮੈਨੂੰ ਸਾਰੇ ਐਂ ਲੱਗਦੇ ਹੁੰਦੇ ਵੀ ਇਹ ਤਾਂ ਮੇਰਾ ਆਪਣਾ ਹੀ ਹੈਗਾ, ਵੀ ਕੋਈ ਦੂਜਾ ਨਹੀਂ ਲੱਗਦਾ ਹੈਗਾ। ਤੁਸੀਂ ਆਪਣੀ ਜ਼ਿੰਦਗੀ 'ਚ ਕਦੇ ਨਹੀਂ ਸੋਚਿਆ ਸੀਗਾ ਵੀ ਦੁਬਾਰਾ ਮੈਰਿਜ ਕਰਵਾਉਣੀ ਆ? ਤੁਸੀਂ ਆਪਣੇ ਆਪ ਨੂੰ ਸਟੈਂਡ ਕਰਨ ਦਾ ਸੋਚਿਆ ਵੀ ਮੈਂ ਆਪਣੀ ਜ਼ਿੰਦਗੀ 'ਚ ਆਪਣੇ ਲਈ ਆਪ ਕਰਨਾ, ਕਿਸੇ ਦਾ ਸਹਾਰਾ ਨਹੀਂ ਲੈਣਾ? ਨਾ ਨਾ ਨਾ, ਮੈਂ ਸੋਚਿਆ ਨਹੀਂ। ਮੈਨੂੰ ਪਤਾ ਸੀ ਮੇਰਾ ਵਾਹਿਗੁਰੂ ਹੈਗਾ, ਆਪੇ ਆਪੇ ਕਰੂਗਾ ਸਾਰਾ ਕੁਛ। ਮੈਂ ਜੇ ਮੰਨ ਲੈ ਮੈਂ ਦੂਜੀ ਸ਼ਾਦੀ ਕਰ ਵੀ ਲੈਂਦੀ, ਤੇ ਜੇ ਫਿਰ ਉਹ ਵੀ ਐਕਸਪਾਇਰ ਹੋ ਜਾਂਦਾ, ਫਿਰ ਮੈਂ ਕੀ ਕਰਦੀ? ਬਿਲਕੁਲ, ਇਸ ਤੋਂ ਚੰਗਾ ਸੀ ਆਪਣੇ ਆਪ ਲਈ ਸਟਰਗਲ ਤੁਸੀਂ ਆਪ ਕਰਨਾ ਜ਼ਰੂਰੀ ਸਮਝਿਆ। ਆਪ ਹੀ ਆਪਦੀ ਜਿਹੜੀ ਜ਼ਿੰਦਗੀ ਹੈਗੀ ਉਹਨੂੰ ਆਪ ਨੇ ਹੀ ਜਿਉਣ ਦਾ ਹੱਕ ਮਿਲਦਾ ਹੈ। ਕਿਉਂਕਿ ਮੈਨੂੰ, ਜੇ ਮੈਂ ਆਪਦੀ ਜ਼ਿੰਦਗੀ ਦੇ ਵਿੱਚ ਸੰਘਰਸ਼ ਕੀਤਾ ਹੈ, ਮੈਨੂੰ ਸਾਰੇ ਪਾਸੋਂ ਪਿਆਰ ਵੀ ਮਿਲਦਾ ਹੈ, ਭੈਣ ਭਰਾਵਾਂ ਦਾ। ਸਾਰੇ ਜੋ ਵੀ ਮੈਂ ਕਿਸੇ ਨੂੰ ਕੋਈ ਗੱਲ ਕਹਿ ਦਿਆਂ, ਉੱਚੀ ਨੀਵੀਂ ਵੀ ਕਈ ਵਾਰੀ ਕਹਿ ਆਉਂਦੀ ਹਾਂ, ਪਰ ਉਹ ਮੈਨੂੰ ਜਵਾਬ ਨਹੀਂ ਦਿੰਦੇ ਹੈਗੇ। ਉਹ ਮੇਰੇ ਨਾਲ ਕਿਤੇ ਜੇ ਮੇਰੇ ਕੋਈ ਔਖ ਸੌਖ ਦੇ ਵਿੱਚ ਆ, ਉਹ ਵੀ ਮੇਰੇ ਨਾਲ ਆ ਕੇ ਖੜ੍ਹਦੇ ਆ, ਰਿਸ਼ਤੇਦਾਰ ਵੀ ਖੜ੍ਹਦੇ ਹੈਗੇ। ਅਤੇ ਮਤਲਬ ਮੈਨੂੰ ਐਂ ਲੱਗਦਾ ਨਹੀਂ ਹੁੰਦਾ ਵੀ ਮੈਂ ਇਕੱਲੀ ਆਂਗੀ। ਤੁਹਾਨੂੰ ਕਦੇ ਨਹੀਂ ਇਹ ਫੀਲ ਹੋਇਆ ਹੈਗਾ ਵੀ ਮਤਲਬ ਜੇ ਮੈਂ ਉਸ ਟਾਈਮ ਮੈਰਿਜ ਕਰ ਲਈ ਤਾਂ ਮੈਂ ਜ਼ਿਆਦਾ ਸੁਖੀ ਹੁੰਦੀ? ਨਹੀਂ, ਮੈਨੂੰ ਤਾਂ ਇਹ ਹੁੰਦਾ ਵੀ ਵਾਹਿਗੁਰੂ, ਜੇ ਮਤਲਬ ਜਿਹੜੇ ਰੰਗ ਦੇ ਵਿੱਚ ਤੂੰ ਰੰਗ ਰੱਖ ਕੇ ਮੈਨੂੰ ਖੁਸ਼ ਸੀ, ਤੂੰ ਉਸੇ ਰੰਗ ਦੇ ਵਿੱਚ ਰੱਖ ਲਿਆ। ਬਸ ਮੈਂ ਤੇਰਾ ਸ਼ੁਕਰਗੁਜ਼ਾਰ ਕਰਦੀ ਆਂਗੀ। ਬਿਲਕੁਲ, ਮੈਂ ਤੇਰਾ ਸ਼ੁਕਰਗੁਜ਼ਾਰ ਕਰਦੀ ਹਾਂ ਵੀ ਤੂੰ ਮੈਨੂੰ ਉਸ ਰੰਗ ਦੇ ਵਿੱਚ ਰੰਗਿਆ ਹੋਇਆ ਹੈ, ਜਿਹੜੇ ਦੇ ਵਿੱਚ ਤੈਨੂੰ ਪਤਾ ਸੀ ਵੀ ਮੈਂ ਇਸ ਰੰਗ ਦੇ ਵਿੱਚ ਰੰਗਣਾ, ਇੱਥੇ ਰੱਖਣਾ। ਰੱਖ ਲੈ ਵਾਹਿਗੁਰੂ, ਜਿਵੇਂ ਤੇਰੀ ਮਰਜ਼ੀ ਉਵੇਂ ਰੱਖ ਲੈ। 2012 ਦੇ ਵਿੱਚ ਜਿਵੇਂ ਮੈਨੂੰ ਅਟੈਕ ਹੋ ਗਿਆ ਸੀਗਾ, ਪਹਿਲਾ ਅਟੈਕ ਮੈਨੂੰ 2012 ਦੇ ਵਿੱਚ ਹੋਇਆ, ਉੱਥੇ ਹੀ ਹੋਇਆ ਸਕੂਲ 'ਚ ਹੀ। ਅਤੇ ਪਰ ਮੈਨੂੰ ਸਾਰੇ ਲੋਕ ਕਹਿੰਦੇ ਸੀ ਵੀ ਇਹ ਮਰ ਗਈ, ਇਹਦਾ 99% ਡਾਕਟਰ ਨੇ ਵੀ ਆਹ ਕਰਕੇ ਭੇਜਤਾ ਸੀਗਾ। ਫਿਰ ਉਸ ਤੋਂ ਬਾਅਦ ਮੈਨੂੰ ਬਠਿੰਡੇ ਦਿੱਲੀ ਹਾਰਟ ਵਾਲਿਆਂ ਦੇ ਲੈ ਗਏ। ਰਾਮਪੁਰੇ ਤੋਂ ਬਾਅਦ ਆ ਕੇ ਜਦੋਂ ਮੈਨੂੰ ਦੂਜਾ ਅਟੈਕ ਹੋਇਆ, ਅਤੇ ਜਦੋਂ ਮੇਰੇ ਕੱਪੜੇ ਕੁੱਪੜੇ ਬਦਲੇ ਗਏ, ਉੱਥੇ ICU ਦੇ ਵਿੱਚ ਰੱਖਿਆ ਮੈਨੂੰ, ਅਤੇ ਮੈਨੂੰ ਕੋਈ ਹੋਸ਼ ਨਹੀਂ ਆਈ ਹੈਗੀ। ਅਤੇ ਸਵੇਰੇ ਜਦੋਂ 4 ਵਜੇ ਦਾ ਨਿਤਨੇਮ ਹੁੰਦਾ, ਅਤੇ ਉਦੋਂ ਮੇਰੀ ਬਿਲਕੁਲ ਜਦੋਂ ਅੱਖ ਖੁੱਲ੍ਹੀ, ਅਤੇ ਮੈਂ ਐਂ ਦੇਖਿਆ ਵੀ 4 ਵੱਜ ਗਏ, ਇੱਥੇ ਮੈਂ ਕਿਵੇਂ ਆ ਗਈ? ਅਤੇ ਫਿਰ ਮੈਂ ਉਹ ਡਾਕਟਰ ਨੂੰ ਪੁੱਛਿਆ ਵੀ ਮੈਂ ਕਿਵੇਂ ਆ ਗਈ? ਉਹ ਕਹਿੰਦੇ ਕੋਈ ਨਾ, ਤੇਰਾ BP ਵੱਧ ਗਿਆ ਸੀਗਾ, ਵੀ ਤੂੰ ਠੀਕ ਹੈਗੀ। ਅਤੇ ਫਿਰ ਉਹ ਡਾਕਟਰ ਮੇਰੇ ਮਗਰ ਵੀ ਗਿਆ, ਜਿਹੜਾ ਮੰਡੀ ਕਲਾਂ ਵਾਲਾ ਸੀਗਾ, ਵੀ ਮੈਡਮ ਤੁਸੀਂ ਕਿਵੇਂ, ਤੁਹਾਡਾ ਕੀ ਖਰਾਬ ਹੋਇਆ? ਮੈਂ ਕਿਹਾ ਮੇਰੇ ਤਾਂ ਕੁਛ ਨਹੀਂ ਖਰਾਬ ਹੋਇਆ। ਜਦੋਂ ਮੇਰੀ ਇੰਜੀਓਗ੍ਰਾਫੀ ਕੀਤੀ, ਅਤੇ ਮੈਂ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਗਈ, ਮੇਰੇ ਕੱਪੜੇ ਉਤਾਰਨ ਲੱਗੇ। ਮੈਂ ਕਿਹਾ ਵੀ ਨਹੀਂ, ਮੇਰੀ ਕਿਰਪਾਨ ਨਾ ਤਾਰਿਓ, ਇੱਕ ਮੇਰਾ ਕਛਹਿਰਾ ਨਾ ਤਾਰਿਓ। ਬਸ ਇਹ ਮੇਰੀ ਪਰਨ ਹੈਗਾ ਵੀ ਮੇਰਾ ਕਛਹਿਰਾ ਨਾ, ਤੁਸੀਂ ਮੇਰੇ ਕਛਹਿਰੇ ਨੂੰ ਨਾ ਹੱਥ ਲਾਇਓ। ਤਾਂ ਉਹਨਾਂ ਨੇ, ਡਾਕਟਰ ਕਹਿੰਦਾ ਵੀ ਠੀਕ ਹੈਗਾ, ਅਤੇ ਉਹਨਾਂ ਨੇ ਮੇਰੇ ਉੱਤੇ ਕੱਪੜੇ ਜੇ ਸਿੱਟ ਕੇ ਇੰਜੀਓਗ੍ਰਾਫੀ ਕਰਤੀ। ਪਰ ਮੇਰੀ ਇੰਜੀਓਗ੍ਰਾਫੀ 100% ਠੀਕ ਆਈ। ਕੋਈ ਮੇਰਾ ਰੋਗ ਨਹੀਂ, ਕੋਈ ਮੇਰਾ ਹੱਥ ਨਹੀਂ ਦੁਖਦਾ, ਕੋਈ ਮੇਰਾ ਪੈਰ ਨਹੀਂ ਦੁਖਦਾ, ਕੁਛ ਵੀ ਨਹੀਂ ਦੁਖਦਾ। ਅਤੇ ਹੁਣ ਮੈਂ ਬਿਲਕੁਲ ਤੰਦਰੁਸਤ ਆਂਗੀ। ਪਰ ਬਸ ਮੈਨੂੰ ਆਪਦੇ ਪਰਮਾਤਮਾ ਦੇ ਉੱਤੇ ਭਰੋਸਾ ਸੀ ਵੀ ਜੇ ਉਹ ਮੈਨੂੰ ਬਿਮਾਰ ਕਰ ਸਕਦਾ, ਉਹ ਠੀਕ ਵੀ ਕਰ ਸਕਦਾ। ਮੈਨੂੰ ਡਾਕਟਰ ਨੇ ਬਹੁਤ ਪਰਹੇਜ਼ ਦੱਸੇ ਸੀਗੇ ਵੀ ਤੂੰ ਦੇਗ ਨਾ ਖਾਇਆ ਕਰ, ਵੀ ਘਿਓ ਹੁੰਦਾ ਹੈਗਾ। ਅਤੇ ਪਰ ਮੈਂ ਗੁਰਦੁਆਰਾ ਸਾਹਿਬ ਜਾਂਦੀ ਹਾਂ, ਮੈਂ ਪਹਿਲੇ ਦਿਨ ਹੀ ਆ ਕਹਿ ਕੇ, ਹੇ ਵਾਹਿਗੁਰੂ ਤੂੰ ਹੀ ਮੇਰਾ ਡਾਕਟਰ ਹੈ, ਤੂੰ ਹੀ ਮੇਰਾ ਵੈਦ ਹੈ, ਤੂੰ ਹੀ ਮੇਰਾ ਸਭ ਕੁਛ ਹੈ, ਅਤੇ ਮੈਂ ਤਾਂ ਜ਼ਰੂਰ ਖਾਊਂਗੀ ਵਾਹਿਗੁਰੂ। ਅਤੇ ਪਰ ਮੈਂ ਦੇਗ ਵੀ ਖਾਂਦੀ ਹਾਂ। ਜਿੰਨੀ ਦੇਰ ਮੈਂ ਗੁਰਦੁਆਰੇ ਜਾ ਕੇ ਦੇਗ ਨਾ ਖਾਵਾਂ, ਮੈਨੂੰ ਸਬਰ ਨਹੀਂ ਆਉਂਦਾ, ਮੈਂ ਕੀ ਕਰਾਂ? ਇੱਕ ਆਪਣਾ ਅੰਦਰੋਂ ਜਿਵੇਂ ਕਹਿੰਦੇ ਵੀ ਆਪਣੀ ਦਿਮਾਗ ਸੈਟਅਪ ਵੀ ਉੱਦਾਂ ਦਾ ਬਣ ਜਾਂਦਾ ਵੀ ਜੇ ਆਪਾਂ ਇੱਕ ਆਪਣੇ ਆਪ 'ਚ ਹਿੰਮਤ ਰੱਖਦੇ ਹਾਂ ਤਾਂ ਪਰਮਾਤਮਾ ਆਪਣੇ ਆਪ ਸਾਥ ਦਿੰਦਾ। ਉਹ ਤਾਂ ਸਾਥ ਦਿੰਦਾ। ਬਿਲਕੁਲ, ਜੇ ਤੁਸੀਂ ਲੋਕ ਤਾਂ ਅੰਦਰੋਂ ਹਾਰ ਜਾਂਦੇ ਹੋ, ਹਾਰ ਮੰਨ ਲੈਂਦੇ ਹੋ, ਤਾਂ ਫਿਰ ਆਪਾਂ ਨੂੰ ਕੋਈ ਨਾ ਡਾਕਟਰ ਠੀਕ ਕਰ ਸਕਦਾ, ਨਾ ਕੋਈ ਵੈਦ ਠੀਕ ਕਰ ਸਕਦਾ। ਜਿੰਨਾ ਟਾਈਮ ਆਪਣੇ ਅੰਦਰਲੀ ਆਪਣੀ ਅੰਤਰਾਤਮਾ ਨਾ, ਮੈਨੂੰ ਕਦੇ ਲੱਗਿਆ ਹੀ ਨਹੀਂ ਵੀ ਮੈਂ ਬਿਮਾਰ ਸੀਗੀ ਜਾਂ ਮੈਂ ਬਿਮਾਰ ਹੈਗੀ ਨਾ। ਹੁਣ ਵੀ ਨਹੀਂ, ਜੇ ਹੁਣ ਬਿੰਦ ਝੱਟ ਕੋਈ ਮਨ ਖਰਾਬ ਹੁੰਦਾ, ਬਸ ਫਿਰ ਮੈਂ ਬਾਬੇ ਵਾਲੇ ਕਮਰੇ 'ਚ ਵਗ ਜਾਂਦੀ ਹਾਂ, ਉੱਥੇ ਮੇਰਾ ਆਪ ਹੀ ਠੀਕ ਕਰ ਦਿੰਦਾ, ਆਪ ਹੀ ਠੀਕ ਕਰ ਦਿੰਦਾ। ਹਾਂਜੀ, ਬਿਲਕੁਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।